ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਸਨ ਪਦ ਮੇਘ ਰਾਗ ਅਸ਼ਟਪਦੀ। ਭਏ ਪ੍ਰਸੰਨ ਜੁਦ ਦਾਨਵ ਤੇ। ਸ਼੍ਰੀ ਸਰਬਲੋਹ ਜਗਤਾਗਰ। ਅਪੈ ਪਦ ਦਾਨ ਪਾਇਓ ਹਰ ਜੀ ਸੇ। ਮਿਟਿਓ ਭਰਮ ਭਵ ਸਾਗਰ। ਭਏ ਪ੍ਰਸੰਨ ਜੁਦ ਦਾਨਵ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ। ਪਾਵਨ ਅਸਥਾਨ ਬਾਬਾ ਠਾਕੁਰ ਸਿੰਘ ਜੀ ਗੁਰਮਤਿ ਵਿਦਿਆਲਾ ਕੈਰੋਂ ਵਿਖੇ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ ਅਤੇ ਸਮਾਧਾ ਬਾਬਾ ਨੌਧ ਸਿੰਘ ਜੀ ਗੁਰਮਤਿ ਵਿਦਿਆਲਾ ਦੇ ਵਿਦਿਆਰਥੀ ਸਿੰਘ ਕ੍ਰਮਵਾਰ ਪਾਵਨ ਗੁਰਬਾਣੀ ਦਾ ਪਾਠ ਸਰਵਣ ਕਰਵਾ ਰਹੇ ਨੇ। ਸੋ ਇਸੇ ਲੜੀ ਦੇ ਤਹਿਤ ਭਾਈ ਨੰਦ ਲਾਲ ਜੀ ਗੁਰਮਤਿ ਵਿਦਿਆਲਾ ਸ਼੍ਰੀ ਸਰਬਲੋ ਬੁੰਗਾ ਨੰਗਲੀ ਅਤੇ ਬਾਬਾ ਨੌਧ ਸਿੰਘ ਜੀ ਗੁਰਮਤਿ ਵਿਦਿਆਲਾ ਸਮਾਧਾ ਬਾਬਾ ਨੌਧ ਸਿੰਘ ਜੀ ਚੱਬਾ ਦੇ ਵਿਦਿਆਰਥੀ ਭਾਈ ਖੜਗ ਸਿੰਘ ਜੀ ਆਪ ਜੀ ਨੂੰ ਅੱਜ ਪਾਠ ਸਰਵਣ ਕਰਵਾਉਣਗੇ ਅਤੇ ਇੱਥੋਂ ਦੇ ਪ੍ਰਬੰਧਕ ਜਥੇਦਾਰ ਗੁਰਬਖਸ਼ ਸਿੰਘ ਜੀ ਭਾਈ ਨਵਦੀਪ ਸਿੰਘ ਜੀ ਜੋ ਸ਼ਰਧਾ ਪ੍ਰੇਮ ਦੀ ਸਹਿਤ ਇਹ ਪਾਵਨ ਕਥਾ ਨੂੰ ਸਰਵਣ ਕਰਨ ਦਾ ਅਤੇ ਰਿਕਾਰਡ ਕਰਨ ਦਾ ਉਪਰਾਲਾ ਕਰ ਰਹੇ ਹਨ, ਉਹ ਆਪ ਸੰਗਤਾਂ ਤੱਕ ਅੱਜ ਦੀ ਕਥਾ ਪਹੁੰਚਾ ਰਹੇ ਨੇ। ਆਓ ਮਨ ਦੀਆਂ ਬਿਰਤੀਆਂ ਨੂੰ ਕਰੀਏ ਇਕਾਗਰ ਚਿੱਤ, ਉਚਾਰਨ ਕਰੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਸਨ ਪਦ ਮੇਘ ਰਾਗ ਅਸ਼ਟਪਦੀ। ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਖਾਲਸੇ ਦੇ ਤਾਈਂ ਪਾਵਨ ਉਪਦੇਸ਼ ਬਖਸ਼ ਰਹੇ ਨੇ। ਮਹਾਰਾਜ ਕਲਗੀਧਰ ਜੀ ਨੇ ਕੱਲ ਪਾਵਨ ਉਪਦੇਸ਼ ਕੀਤਾ ਸੀ, ਕਿਰਪਾ ਕਰੈ ਜਗਦੀਸ਼ ਜਾਸ ਪਰ, ਮਨ ਬੁੱਧ ਚਿਤ ਤ੍ਰਿਸ਼ਨਾ ਬਸ ਫੇਰੋ। ਜਿਹਦੇ ਉੱਪਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਹੋਵੇ ਤੇ ਉਹਦਾ ਮਨ ਬੁੱਧ ਚਿਤ ਭਾਵ ਅੰਤःਕਰਨ ਜੋ ਤ੍ਰਿਸ਼ਨਾ ਦੇ ਬਸ ਹੋਇਆ ਏ ਤੇ ਉਹ ਤ੍ਰਿਸ਼ਨਾ ਤੋਂ ਪਿੱਛੇ ਹਟ ਕੇ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵੱਲ ਫੇਰੋ ਕਹੀਏ ਮੁੜ ਜਾਂਦਾ ਏ। ਜਿਹਦੇ ਉੱਪਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਹੋਵੇ। ਅਤੇ ਗੁਰੂ ਖਾਲਸਾ ਜੀ 303 ਅੰਗ ਦੇ ਉੱਤੇ ਪਿੱਛੇ ਝੇਰੇ ਘਨੇਰੇ ਬਹੁ ਤੇਰੇ ਇਸ ਤਰ੍ਹਾਂ ਪਾਠ ਆਏ ਸਨ ਤੇ ਸ਼ਾਇਦ ਅਰਥ ਕਰਦਿਆਂ ਝੇਰੋ ਤੇ ਘਨੇਰੋ ਬੋਲਿਆ ਗਿਆ। ਇਹ ਗੁਰੂ ਖਾਲਸਾ ਜੀ ਝੇਰੇ ਤੇ ਘਨੇਰੇ ਪਾਠ ਹੀ ਹੈ। ਸੋ ਸੱਚੇ ਪਾਤਸ਼ਾਹ ਜੀ ਨੇ ਉਹੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਗੇ ਕਿਰਪਾ ਕਰਦੇ ਪਏ ਹਨ। ਭਏ ਪ੍ਰਸੰਨ ਜੁਦ ਦਾਨਵ ਤੇ। ਮਹਾਰਾਜ ਕਲਗੀਧਰ ਜੀ ਕਹਿੰਦੇ ਕਿ ਦਾਨਵ ਦਾ ਯੁੱਧ ਵੇਖ ਕਰਕੇ ਉਹਦੇ ਉੱਪਰ ਅਕਾਲ ਪੁਰਖ ਪਰਮੇਸ਼ਰ ਜੀ ਪ੍ਰਸੰਨ ਹੋਏ ਨੇ। ਸ਼੍ਰੀ ਸਰਬਲੋਹ ਜਗਤਾਗਰ। ਹਾਂ, ਜੋ ਸ਼੍ਰੀ ਸ਼੍ਰੋਮਣੀ ਤੇ ਸਰਬ ਸਾਰਿਆਂ ਵਿੱਚ ਲੋਹ ਪ੍ਰਕਾਸ਼ ਕਰਨ ਵਾਲੇ ਜਗਤ ਦੇ ਆਗਰ ਕਹੀਏ ਮੁੱਢ ਹਨ। ਜਗਤ ਤੋਂ ਆਗਰ ਕਹੀਏ ਪਹਿਲੇ ਭਾਵ ਜਗਤ ਦੇ ਮੁੱਢ ਹਨ। ਅਪੈ ਪਦ ਦਾਨ ਪਾਇਓ ਹਰ ਜੀ ਸੇ। ਮਹਾਰਾਜ ਕਲਗੀਧਰ ਜੀ ਕਹਿੰਦੇ ਅਪੈ ਪਦਵੀ ਦਾ ਦਾਨ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਤੋਂ ਬੀਰਜ ਦਾਤ ਦੈਂਤ ਨੇ ਪ੍ਰਾਪਤ ਕੀਤਾ ਏ। ਮਿਟਿਓ ਭਰਮ ਭਵ ਸਾਗਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਵ ਸਾਗਰ ਦੇ ਵਿੱਚ ਆਉਣਾ ਜਾਣਾ
ਤੇ ਭਵ ਸਾਗਰ ਦਾ ਮੂਲ ਕੀ ਹੈ ਭਰਮ। ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਮੈਨੇ ਅਗਿਆਨ, ਅਗਿਆਨ ਖਤਮ ਹੋ ਗਿਆ, ਅਗਿਆਨਤਾ ਦਾ ਅੰਧੇਰਾ ਦੂਰ ਹੋ ਗਿਆ ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਕਲਪ ਪਰਯੰਤ ਯੁਧ ਹਰ ਮੰਡਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਕਲਪਾਂ ਤੱਕ ਯੁਧ ਹਰੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਬੀਰਜਨਾਥ ਨੇ ਕੀਤਾ ਏ। ਦੈਤ ਰਾਜ ਸੰਗ ਸਰਬਰ। ਹਾਂ, ਦੈਤ ਰਾਜ ਜੋ ਦੈਂਤਾਂ ਦਾ ਵੱਡਾ ਰਾਜ ਆ ਬੀਰਜਨਾਥ ਹੈ, ਉਹਨੇ ਭਗਵਾਨ ਦੇ ਨਾਲ ਸਰਬਰ ਮੈਨੇ ਲੜਾਈ ਕੀਤੀ ਹੈ। ਪ੍ਰਲੈ ਪਰਾਜ ਯੁਧ ਦਾਰੁਣ ਰਚ। ਹਾਂ, ਪ੍ਰਲਿਓ ਨੂੰ ਪਰਾਜ ਗਏ ਪੈਦਾ ਕਰਕੇ, ਪ੍ਰਲਿਓ ਪਰਾਜ ਪ੍ਰਲਯ ਨੂੰ ਪੈਦਾ ਕਰਕੇ ਤੇ ਮਹਾਨ ਯੁੱਧ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਦੈਂਤ ਰਾਜ ਦੇ ਨਾਲ ਕੀਤਾ ਏ। ਏਕਾਕੀ ਸੁਖ ਸਾਗਰ। ਇਹ ਕੱਲਿਆਂ ਯੁੱਧ ਕੀਤਾ ਏ, ਸੁੱਖਾਂ ਦੇ ਸਮੁੰਦਰ ਸਰਬਲੋ ਭਗਵਾਨ ਨੇ। ਬਨਿਓ ਯੁੱਧ ਦਾਨਵ ਸੰਗ ਜੁਗ ਜੁਗ। ਮਹਾਰਾਜ ਕਲਗੀਧਰ ਜੀ ਕਹਿੰਦੇ ਕੋਈ ਨਵੀਂ ਗੱਲ ਨਹੀਂ ਹੈ। ਜੁਗਾਂ ਜਗਾਂਤਰਾਂ ਦੇ ਵਿੱਚ ਦੰਤਾਂ ਦੇ ਨਾਲ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਯੁੱਧ ਬਣਦਾ ਹੀ ਆਇਆ ਏ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਯੁੱਧ ਕਰਦਾ ਹੀ ਆਇਆ ਏ। ਸੰਘਾਰ ਨਬੇਰੋ ਕਰਤੋ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਜੁਗਾਂ ਜਗਾਂਤਰਾਂ ਵਿੱਚ ਦੰਤਾਂ ਦਾ ਸੰਘਾਰ ਕਰਕੇ ਤੇ ਯੁੱਧ ਦਾ ਨਬੇਰੋ ਅੰਤ ਕੀਤਾ ਏ। ਇਹ ਕਰਦਾ ਹੀ ਆਇਆ ਏ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਯੁੱਧ ਤੇ ਦੰਤਾਂ ਦਾ ਸੰਘਾਰ ਤੇ ਯੁੱਧਾਂ ਦਾ ਅੰਤ। ਜਸ ਜਸ ਜੋਗ ਹੁਤੋ ਜੇ ਨਿਸ਼ਚਰ। ਮਹਾਰਾਜ ਕਲਗੀਧਰ ਜੀ ਕਹਿੰਦੇ ਤੇ ਜੁਗਾਂ ਜਗਾਂਤਰਾਂ ਤੋਂ ਗੱਲ ਚੱਲੀ ਆਈ ਹੈ। ਜੈਸੀ ਜੈਸੀ ਕਿਸੇ ਦੈਂਤ ਦੀ ਥਾਂ ਜੋਗ ਸੀ। ਕਈ ਗੁਰੂ ਖਾਲਸਾ ਜੀ ਬੜੀ ਬੜੀ ਕਾਇਆ ਵਾਲੇ ਦੈਂਤ ਹੋਏ ਨੇ, ਉਹਨਾਂ ਦੇ ਸਰੀਰ ਵਿੱਚੋਂ ਅੱਗ ਨਿਕਲਦੀ ਸੀ। ਉਹਨਾਂ ਦੈਂਤਾਂ ਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਸੂਰਜ ਲੋਕ ਤੇ ਪੈਦਾ ਕਰ ਦਿੱਤਾ, ਕਿਉਂਕਿ ਸੂਰਜ ਵੀ ਅੱਗ ਦਾ ਗੋਲਾ ਏ। ਕੋਈ ਦੈਂਤ ਹੋਇਆ ਏ ਜਿਹਦੇ ਸਰੀਰ ਵਿੱਚੋਂ ਠੰਡ ਨਿਕਲਦੀ ਤੇ ਉਹਨੂੰ ਚੰਦਰਮੇ ਤੇ ਪੈਦਾ ਕਰ ਦਿੱਤਾ, ਕਿਉਂਕਿ ਉੱਥੇ ਵੀ ਠੰਡ। ਸੋ ਜਿਹੋ ਜਿਹਾ ਦੈਂਤ ਸੀ, ਜੈਸੀ ਉਹਦੀ ਯੋਗ ਥਾਂ ਸੀ, ਤੇ ਤੈਸ ਲੋਕ ਹਰ ਦਰ ਤੋਂ ਉਸ ਦੈਂਤ ਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਦਰ ਦਰਵਾਜ਼ੇ ਤੋਂ ਤੈਸਾ ਹੀ ਲੋਕ ਪ੍ਰਾਪਤ ਹੋ ਜਾਂਦਾ ਰਿਹਾ। ਕਈ ਗੁਰੂ ਖਾਲਸਾ ਜੀ ਐਸੇ ਪ੍ਰਤਾਪੀ ਦੈਂਤ ਹੋਏ ਨੇ ਜਿਨ੍ਹਾਂ ਦਾ ਜਨਮ ਸਵਰਗਾਂ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਕਰਵਾ ਦਿੱਤਾ, ਜਾਂ ਜਨਮ ਪਤਾਲਾਂ ਵਿੱਚ ਕਰਵਾ ਕੇ ਉਹਨਾਂ ਨੂੰ ਸਵਰਗਾਂ ਦੀ ਤਰਫ ਨੂੰ ਤੋਰ ਦਿੱਤਾ। ਕਈ ਦੈਂਤਾਂ ਦਾ ਜਨਮ ਧਰਤੀ ਦੇ ਉੱਪਰ ਹੋਇਆ ਏ ਤੇ ਕਈ ਦੈਂਤਾਂ ਦਾ ਜਨਮ ਜਿਵੇਂ ਮਧੂ ਤੇ ਕੈਟਬ, ਉਹਨਾਂ ਦਾ ਜਨਮ ਪਾਣੀ ਦੇ ਉੱਪਰ ਹੋਇਆ ਏ। ਇਸ ਤਰੀਕੇ ਨਾਲ ਕਲਗੀਧਰ ਜੀ ਕਹਿੰਦੇ ਜਸ ਜਸ ਜੋਗ ਹੁਤੋ ਜੇ ਨਿਸ਼ਚਰ। ਜਿਹੜਾ ਦੈਂਤ ਜਿਹੜੀ ਜਿਹੜੀ ਜਗ੍ਹਾ ਦੇ ਜੋਗ ਸੀ, ਤੈਸਾ ਹੀ ਲੋਕ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਦਰ ਤੋਂ ਉਹਨੂੰ ਪ੍ਰਾਪਤ ਹੋ ਗਿਆ। ਕਿਸੇ ਦਾ ਜਨਮ ਚੰਦਰ ਲੋਕ, ਕਿਸੇ ਦਾ ਬ੍ਰਹਮ ਲੋਕ, ਕਿਸੇ ਦਾ ਦੈਂਤ ਲੋਕ, ਕਿਸੇ ਦਾ ਪਤਾਲ ਲੋਕ, ਕਿਸੇ ਦਾ ਧਰਤੀ ਲੋਕ, ਮਾਤ ਲੋਕ। ਜਿੱਥੇ ਜਿਸ ਦੀ ਜੋਗ ਜਗ੍ਹਾ ਸੀ, ਵਾਹਿਗੁਰੂ ਦੇ ਦਰਵਾਜ਼ੇ ਤੋਂ ਤਿਸ ਨੂੰ ਤਿਹੋ ਜਿਹਾ ਸਥਾਨ ਪ੍ਰਾਪਤ ਹੋ ਜਾਂਦਾ ਰਿਹਾ। ਜਬ ਜਬ ਮਚਤ ਸੰਗਰਾਮ ਅਯੋਧਨ। ਮਹਾਰਾਜ ਕਲਗੀਧਰ ਜੀ ਕਹਿੰਦੇ ਜਦੋਂ ਜਦੋਂ ਅਯੋਧਨ ਜੰਗ ਦਾ ਮੈਦਾਨ, ਸੰਗਰਾਮ ਨਾਮ ਵੀ ਯੁੱਧ ਦਾ ਏ ਤੇ ਅਯੋਧਨ ਨਾਮ ਵੀ ਯੁੱਧ ਦਾ ਏ, ਜਦੋਂ ਜਦੋਂ ਮਹਾਂ ਯੁੱਧ ਧਰਤੀ ਦੇ ਉੱਪਰ ਮੱਚਦਾ ਰਿਹਾ ਏ। ਅਸੁਰ ਪ੍ਰਬਲ ਭਵ ਧਰਤੋ। ਮਹਾਰਾਜ ਕਲਗੀਧਰ ਜੀ ਕਹਿੰਦੇ ਤਦੋਂ ਤਦੋਂ ਬਲ ਵਾਲੇ ਦੈਂਤ ਹੀ ਸੰਸਾਰ ਦੇ ਉੱਪਰ ਜਨਮ ਲੈਂਦੇ ਰਹੇ ਹਨ, ਉਹੀ ਸੰਸਾਰ ਦੇ ਉੱਪਰ ਆਉਂਦੇ ਰਹੇ ਨੇ। ਜਦੋਂ ਜਦੋਂ ਵੀ ਮਹਾਂ ਯੁੱਧ ਮਹਾਂ ਸੰਗਰਾਮ ਧਰਤੀ ਦੇ ਉੱਪਰ ਹੋਇਆ ਏ। ਇੱਕ ਭਗਵਤ ਗੀਤਾ ਵਿੱਚ ਵੀ ਆਉਂਦਾ ਏ ਸ਼ਲੋਕ, ਇੱਕ ਅਵਤਾਰਾਂ ਦੀ ਕਥਾ ਵਿੱਚ ਵੀ ਮਹਾਰਾਜ ਦਾ ਬਚਨ ਆਉਂਦਾ ਏ। ਜਬ ਜਬ ਰਿਸ਼ਟ ਹੋਤ ਸੰਸਾਰਾ, ਤਬ ਤਬ ਦੇ ਧਰਤੇ ਅਵਤਾਰਾ।
ਜਦੋਂ ਜਦੋਂ ਧਰਤੀ ਉੱਪਰ ਪਾਪ ਵਧਿਆ ਏ, ਦੈਂਤ ਪੈਦਾ ਹੋਏ ਨੇ, ਤਦੋਂ ਤਦੋਂ ਉਹਨਾਂ ਦਾ ਸੰਘਾਰ ਕਰਨ ਵਾਸਤੇ ਵਾਹਿਗੁਰੂ ਅਕਾਲ ਪੁਰਖ ਨੇ ਅਵਤਾਰ ਲਿਆ ਏ, ਜਾਂ ਕਿਸੇ ਦੀ ਡਿਊਟੀ ਲਾ ਕਰਕੇ ਕਿਸੇ ਨੂੰ ਧਰਤੀ ਉੱਪਰ ਭੇਜਿਆ ਏ। ਇੱਥੇ ਮਹਾਰਾਜ ਕਹਿੰਦੇ ਜਦੋਂ ਜਦੋਂ ਧਰਤੀ ਦੇ ਉੱਪਰ ਮਹਾਂ ਯੁੱਧ ਮਚਿਆ ਏ, ਤਦੋਂ ਤਦੋਂ ਦੈਂਤ ਪੈਦਾ ਹੋਇਆ ਏ, ਕਿਉਂਕਿ ਦੈਂਤਾਂ ਤੋਂ ਬਿਨਾਂ ਮਹਾਂ ਯੁੱਧ ਨਹੀਂ ਮਚ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਂ ਯੁੱਧ ਉਦੋਂ ਮਚਦਾ ਏ, ਇੱਕ ਪਾਸੇ ਸੂਰਮਾ ਜੇ ਭਾਰੀ ਹੈ ਤੇ ਦੂਜੇ ਪਾਸੇ ਵੀ ਭਾਰੀ ਸੂਰਮਾ ਹੋਵੇ। ਜੇ ਇੱਕ ਪਾਸੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਖਲੋਤਾ ਏ ਤੇ ਦੂਜੇ ਪਾਸੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੂਝਣ ਵਾਲਾ ਵੀ ਮਹਾਨਾਇਕ ਯੁੱਧ ਦੇ ਮੈਦਾਨ ਵਿੱਚ ਖਲੋਤਾ ਹੋਵੇ, ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨਾਲ ਯੁੱਧ ਕਰਨ ਵਾਲੇ ਵੈਰੀ ਦੈਂਤ ਹੀ ਹੋਏ ਨੇ। ਇਸ ਲਈ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਜਦੋਂ ਮਹਾਂ ਸੰਗਰਾਮ ਹੋਇਆ ਏ, ਤਦੋਂ ਤਦੋਂ ਦੈਂਤ ਸੰਸਾਰ ਦੇ ਵਿੱਚ ਜਨਮ ਲੈਂਦੇ ਰਹੇ ਨੇ, ਜਨਮ ਧਾਰਦੇ ਰਹੇ ਨੇ। ਤਬ ਤਬ ਵਿਸ਼ਵਨਾਥ ਜਗਤੇਸ਼ਵਰ। ਹਾਂ, ਜਦੋਂ ਜਦੋਂ ਦੈਂਤ ਧਰਤੀ ਦੇ ਉੱਪਰ ਆਏ ਨੇ, ਤਦੋਂ ਤਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਅਵਤਾਰ ਧਾਰਨਾ ਕੀਤਾ ਏ, ਜੋ ਜਗਤ ਦਾ ਈਸ਼ਵਰ ਤੇ ਸੰਸਾਰ ਦਾ ਮਾਲਕ ਹੈ। ਸਮਰ ਅਪੂਰਬ ਲਰਤੋ। ਹਾਂ, ਤੇ ਅਪੂਰਬ ਜਿਹੜਾ ਪਹਿਲਾਂ ਨਾ ਯੁੱਧ ਹੋਇਆ ਹੋਵੇ, ਭਾਵ ਬਹੁਤ ਭਿਆਨਕ ਯੁੱਧ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਦੈਂਤਾਂ ਦੇ ਨਾਲ ਲੜਨਾ ਕੀਤਾ ਏ। ਨਾਮ ਤਿਨਹੁ ਕੇ ਜਾਂ ਜਬ ਜਬ ਮਚਿਤ ਸੰਗਰਾਮ ਅਯੋਧਨ ਅਸੁਰ ਪ੍ਰਬਲ ਭਵ ਧਰਤੋ। ਜਦੋਂ ਜਦੋਂ ਸੰਸਾਰ ਦੇ ਉੱਪਰ ਦੈਂਤਾਂ ਨੇ ਜਨਮ ਧਾਰਿਆ ਏ ਤੇ ਮਹਾਂ ਸੰਗਰਾਮ ਦੇਵਤਿਆਂ ਨਾਲ ਹੋਇਆ ਏ, ਤਦੋਂ ਤਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਧਰਤੀ ਦੇ ਉੱਪਰ ਆ ਕਰਕੇ ਦੰਤਾਂ ਦੇ ਨਾਲ ਮਹਾਨ ਯੁੱਧ ਲੜਿਆ ਏ। ਇਸ ਤਰ੍ਹਾਂ ਅਨਵੇਂ ਕਰਕੇ ਵੀ ਅਰਥ ਸਮਝ ਲੈਣਾ। ਨਾਮ ਤਿਨਹੁ ਕੇ ਜਿਹਵਾ ਵਰਣਨ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜੇ ਪਹਿਲਾਂ ਦੈਂਤਾਂ ਨਾਲ ਯੁੱਗਾਂ ਜਗਾਂਤਰਾਂ ਵਿੱਚ ਯੁੱਧ ਹੋਏ ਨੇ ਅਕਾਲ ਪੁਰਖ ਦੇ, ਜੇ ਉਹਨਾਂ ਦੇ ਨਾਮ ਸਾਰੇ ਵਰਣਨ ਹੋਣ, ਜੇ ਉਹਨਾਂ ਦੀ ਸਾਰੀ ਕਥਾ ਗੁਰੂ ਖਾਲਸਾ ਜੀ ਮੈਂ ਤੁਹਾਨੂੰ ਸੁਣਾਵਾਂ, ਵੱਡਾ ਗ੍ਰੰਥ ਹੋਏ ਬਿਸਤਰ। ਤੇ ਫਿਰ ਗ੍ਰੰਥ ਬਹੁਤ ਵੱਡਾ ਹੋ ਜਾਵੇਗਾ, ਵਿਸਥਾਰ ਬਹੁਤ ਹੋ ਜਾਵੇਗਾ, ਬਹੁਤ ਵੱਡਾ ਗ੍ਰੰਥ ਇਹ ਸਰਬਲੋ ਪ੍ਰਕਾਸ਼ ਦਾ ਬਣ ਜਾਵੇਗਾ। ਜਾਂ ਤੇ ਗਣਤ ਪ੍ਰਸੰਗ ਨਾ ਭਾਖਿਓ। ਇਸ ਵਾਸਤੇ ਮੈਂ ਗਿਣਤੀ ਦੇ ਪ੍ਰਸੰਗ ਵੀ ਤੁਹਾਨੂੰ ਕਹੇ ਨਹੀਂ। ਇੱਕ ਤੇ ਹੁੰਦਾ ਹੈ ਨਾ ਵੀ ਗਿਣਤੀ ਦੇ ਪ੍ਰਸੰਗ ਇਸ਼ਾਰਾ ਕਰ ਦੇਣਾ, ਇਸ ਲਈ ਮਹਾਰਾਜ ਕਲਗੀਧਰ ਜੀ ਕਹਿੰਦੇ ਇਸ਼ਾਰਾ ਮਾਤਰ ਵੀ ਮੈਂ ਤੁਹਾਨੂੰ ਪ੍ਰਸੰਗ ਕਹੇ ਨਹੀਂ। ਕਥਾ ਪ੍ਰਸੰਗ ਅਤ ਦੁਸਤਰ। ਹਾਂ, ਕਿਉਂਕਿ ਕਥਾ ਦੇ ਪ੍ਰਸੰਗ ਬਹੁਤੇ ਕਠਨ ਨੇ, ਬਹੁਤੇ ਵੱਡੇ ਨੇ। ਦੁਸਤਰ ਮੈਨੇ ਮੁਸ਼ਕਲ, ਕਥਾ ਦੇ ਪ੍ਰਸੰਗ ਬਹੁਤੇ ਵੱਡੇ ਨੇ ਤੇ ਉਹਨਾਂ ਦਾ ਕਹਿਣਾ ਬਹੁਤਾ ਮੁਸ਼ਕਲ ਹੈ। ਤੇ ਇਸ ਤਰ੍ਹਾਂ ਜਾਂ ਤੇ ਗਣਤ ਪ੍ਰਸੰਗਨ ਭਾਖਿਓ, ਇਸ ਲਈ ਮੈਂ ਤੁਹਾਨੂੰ ਗਿਣਤੀ ਦੇ ਪ੍ਰਸੰਗ ਕਹਿੰਦਾ ਹਾਂ, ਕਿਉਂਕਿ ਸਾਰੇ ਪ੍ਰਸੰਗ ਕਹਿਣੇ ਉਹ ਬਹੁਤੇ ਮੁਸ਼ਕਲ ਨੇ, ਕਹੇ ਨਹੀਂ ਜਾ ਸਕਦੇ। ਤੇ ਗਿਣਤੀ ਦਾ ਪ੍ਰਸੰਗ ਮਹਾਰਾਜ ਨੇ ਮਧੂ ਕੈਟਵ ਬਾਰੇ ਦੱਸਿਆ ਹੈ। ਪੰਜ ਸਹੰਸਰ ਬਰਖ ਮਦ ਕੈਟਵ ਸੰਗ ਜਨਾਰਦਨ ਸਰਬਰ ਮੁਸ਼ਟਨ ਜੋਧ ਪ੍ਰਬਲ ਰਨ ਭੀਖਮ ਪ੍ਰਗਟ ਸਿਮਰਤ ਅਰ ਸ਼ਾਸਤਰ। ਇਹ ਗਿਣਤੀ ਦਾ ਪ੍ਰਸੰਗ ਹੈ ਕਿ 5000 ਵਰਾ ਮਧੂ ਤੇ ਕੈਟਵ, ਇਹਨਾਂ ਦੀ ਜਨਾਰਦਨ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਲੜਾਈ ਹੋਈ। ਇਹਨਾਂ ਨੇ ਮੁਸ਼ਟ ਯੁੱਧ ਕੀਤਾ ਏ, ਬਹੁਤਾ ਹੀ ਭਿਆਨਕ ਪ੍ਰਬਲ ਮੁਕੀਆਂ ਵਾਲਾ ਯੁੱਧ ਕੀਤਾ ਏ। ਇਹ ਸਿਮਰਤੀਆਂ ਤੇ ਸ਼ਾਸਤਰਾਂ ਦੇ ਵਿੱਚ ਗੱਲ ਪ੍ਰਗਟ ਹੈ। ਇਹ ਗਿਣਤੀ ਦਾ ਪ੍ਰਸੰਗ ਮਹਾਰਾਜ ਸਾਹਿਬ ਜੀ ਨੇ ਕਿਹਾ ਹੈ। ਇਸ ਤਰੀਕੇ ਦੇ ਨਾਲ ਜਾਂ ਤੇ ਗਣਤ ਪ੍ਰਸੰਗਨ ਭਾਖਿਓ, ਇਸ ਲਈ ਮੈਂ ਤੁਹਾਨੂੰ ਗਿਣਤੀ ਦਾ ਪ੍ਰਸੰਗ ਕਿਹਾ ਹੈ। ਤੇ ਹੋਰ ਲੰਮਾ ਪ੍ਰਸੰਗ ਕਹਿਣਾ ਉਹ ਬਹੁਤਾ ਮੁਸ਼ਕਲ ਹੈ। ਇਸ ਤਰ੍ਹਾਂ ਗੁਰੂ ਖਾਲਸਾ ਜੀ ਇਹ ਦੂਆ ਪਾਠ, ਦੂਆ ਅਰਥ ਕਰਨ ਵੇਲੇ ਗਿਆਨੀ ਸਿੰਘ ਮੰਨ ਲੈਂਦੇ ਨੇ। ਮੁੱਖ ਪਾਠ ਇਸ ਤਰ੍ਹਾਂ ਹੀ ਹੈ, ਜਾਤੇ ਗਣਤ ਪ੍ਰਸੰਗ ਨਾ ਭਾਖਿਓ।
ਇਸ ਲਈ ਮੈਂ ਤੁਹਾਨੂੰ ਗਿਣਤੀ ਦੇ ਪ੍ਰਸੰਗ ਵੀ ਨਹੀਂ ਕਹੇ। ਕਥਾ ਪ੍ਰਸੰਗ ਅਤ ਦੁਸਤਰ, ਕਥਾ ਦੇ ਪ੍ਰਸੰਗ ਕਹਿਣੇ ਬਹੁਤੇ ਮੁਸ਼ਕਲ ਹਨ। ਜੇ ਤੁਸੀਂ ਖਾਲਸਾ ਜੀ ਬਹੁਤਾ ਹੱਠ ਕਰਦੇ ਹੋ ਤੇ ਤੁਹਾਨੂੰ ਇੱਕ ਹੀ ਗੱਲ ਮੈਂ ਦੱਸ ਦਿੰਦਾ ਹਾਂ। ਜਿਵੇਂ ਗੁਰੂ ਖਾਲਸਾ ਜੀ 100 ਹੱਥੀ ਰੱਸਾ ਤੇ ਸਿਰੇ ਤੇ ਗੰਢ, 100 ਪ੍ਰਸੰਗ ਕਹਿਣ ਦੇ ਨਾਲੋਂ ਮੈਂ ਇੱਕੋ ਪ੍ਰਸੰਗ ਹੀ ਤੁਹਾਨੂੰ ਕਹਿ ਦਿੰਦਾ ਹਾਂ। ਇਸ ਤਰੀਕੇ ਨਾਲ ਪ੍ਰਸੰਗ ਗਿਆਨੀ ਸਿੰਘ ਜੋੜਦੇ ਨੇ। ਪੰਜ ਸਹੰਸਰ ਬਰਖ ਮਦ ਕੈਟਬ। ਮਹਾਰਾਜ ਸਾਹਿਬ ਜੀ ਕਹਿੰਦੇ ਖਾਲਸਾ ਜੀ ਉਦਾਂ ਤੇ ਮੈਂ ਤੁਹਾਨੂੰ ਗਿਣਤੀ ਦੇ ਪ੍ਰਸੰਗ ਵੀ ਨਹੀਂ ਕਹੇ, ਉਦਾਂ ਨਿਸ਼ਾਨੀ ਮਾਤਰ ਮੈਂ ਇੱਕ ਕਹਿਣਾ ਤੁਹਾਨੂੰ। ਇੱਕ ਮਧੂ ਤੇ ਕੈਟਬ ਇਹ ਹੋਏ ਨੇ ਦੋ, ਤੇ ਇਹਨਾਂ ਦਾ 5000 ਵਰਾ ਯੁੱਧ ਹੋਇਆ ਏ। ਸੰਗ ਜਨਾਰਦਨ ਸਰਬਰ ਲੜਾਈ ਹੋਈ ਹੈ। ਜਨਾਂ ਨੂੰ ਭਗਤੀ ਦੇ ਨਾਲ ਜਿਹਨੇ ਗਿੱਲਿਆਂ ਕੀਤਾ ਏ, ਭਗਤੀ ਦੇ ਪਾਣੀ ਨਾਲ, ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ। ਮੁਸ਼ਟਨ ਜੁਧ ਪ੍ਰਬਲ ਰਨ ਭੀਖਮ। ਹਾਂ, ਮੁਕੀਆਂ ਵਾਲਾ ਯੁੱਧ ਕੀਤਾ ਏ, ਬਹੁਤਾ ਹੀ ਪ੍ਰਬਲ, ਬਹੁਤਾ ਹੀ ਭਿਆਨਕ। ਪ੍ਰਗਟ ਸਿਮਰਤ ਅਰ ਸ਼ਾਸਤਰ। ਸਾਹਿਬ ਜੀ ਕਹਿੰਦੇ ਲੰਮੀ ਗੱਲ ਨਹੀਂ ਮੈਂ ਤੁਹਾਨੂੰ ਕਹਿਣੀ, ਗਿਣਤੀ ਦੀ ਗੱਲ ਵੀ ਨਹੀਂ ਕਹਿਣੀ, ਕਿਉਂਕਿ ਸਿਮਰਤੀਆਂ ਤੇ ਸ਼ਾਸਤਰਾਂ ਵਿੱਚ ਇਹ ਗੱਲ ਪ੍ਰਗਟ ਹੈ। ਤਿਆਸ ਪ੍ਰਕਾਰ ਜੁਧ ਦੇਵਾਸੁਰ। ਹਾਂ, ਇਸੇ ਤਰੀਕੇ ਦੇ ਨਾਲ ਯੁੱਧ ਕੀਤਾ ਹੈ ਦੇਵਤਿਆਂ ਤੇ ਦੈਂਤਾਂ ਦਾ। ਜਿੱਦਾਂ ਗੁਰੂ ਖਾਲਸਾ ਜੀ ਮਧੂ ਤੇ ਕੈਟਵ ਦਾ ਯੁੱਧ ਹੋਇਆ ਏ, ਇਸੇ ਤਰੀਕੇ ਦੇ ਨਾਲ ਦੇਵਤਿਆਂ ਤੇ ਦੈਂਤਾਂ ਦਾ ਯੁੱਧ ਹੋਇਆ ਏ। ਜੁਗ ਜੁਗ ਹੋਤ ਅਯੋਧਨ। ਮਹਾਰਾਜ ਕਲਗੀਧਰ ਜੀ ਕਹਿੰਦੇ ਯੁੱਗਾਂ ਜਗਾਂਤਰਾਂ ਦੇ ਵਿੱਚ ਯੁੱਧ ਹੋਇਆ ਏ, ਕੋਈ ਇੱਕ ਯੁੱਧ ਨਹੀਂ ਹੋਇਆ। ਜਿੱਦਾਂ ਮਧੂ ਤੇ ਕੈਟਵ ਦਾ ਵਾਹਿਗੁਰੂ ਅਕਾਲ ਪੁਰਖ ਨਾਲ ਯੁੱਧ ਹੋਇਆ ਏ, ਤੈਸ ਹੀ ਪ੍ਰਕਾਰ ਦੇਵਤਿਆਂ ਤੇ ਦੈਂਤਾਂ ਦਾ ਜੋ ਯੁੱਧ ਹੈ ਉਹ ਯੁੱਗਾਂ ਜਗਾਂਤਰਾਂ ਦੇ ਵਿੱਚ ਹੁੰਦਾ ਆਇਆ ਏ। ਤੈਸ ਸੱਸੇ ਨੂੰ ਸਿਹਾਰੀ ਹੈ, ਅਰਥ ਤੈਸੇ ਪ੍ਰਕਾਰ ਜਾਂ ਤੈਸ ਹੀ ਪ੍ਰਕਾਰ। ਤੈਸ ਹੀ ਨੂੰ ਇਕੱਠਿਆਂ ਕਰਕੇ ਤੇ ਤੈਸੇ ਸੱਸੇ ਨੂੰ ਸਿਹਾਰੀ ਦੇ ਨਾਲ ਲਿਖਿਆ ਏ। ਬਿਸਤਰ ਕੈ ਪ੍ਰਸੰਗ ਗ੍ਰੰਥਨ ਮਹਿ। ਮਹਾਰਾਜ ਕਲਗੀਧਰ ਜੀ ਕਹਿੰਦੇ ਵਿਸਤਾਰ ਦੇ ਨਾਲ ਗ੍ਰੰਥਾਂ ਦੇ ਵਿੱਚ ਇਹ ਪ੍ਰਸੰਗ ਲਿਖਿਆ ਹੋਇਆ ਏ। ਕਹਿਓ ਦੇਵ ਬਚ ਬਿਓਮਨ। ਹਾਂ, ਦੇਵਤਿਆਂ ਨੇ ਤੇ ਬਚ ਬਿਓਮਨ। ਬਿਓਮਨ ਕਹੀਏ ਦੇਵ ਤੇ ਬਚ ਕਹੀਏ ਬਾਣੀ। ਦੇਵ ਬਾਣੀ ਦੇ ਨਾਲ ਦੇਵਤਿਆਂ ਨੇ ਇਹ ਪ੍ਰਸੰਗ ਕਹਿਣਾ ਕੀਤਾ ਹੈ। ਲਹੋ ਬਾਰਤਾ ਸਭ ਹੀ ਭਿੰਨ ਭਿੰਨ। ਹਾਂ, ਤੁਸੀਂ ਜਾਣ ਲਓ, ਜੇ ਤੁਹਾਡੀ ਜਾਣਨ ਦੀ ਇੱਛਾ ਹੈ ਖਾਲਸਾ ਜੀ, ਉਹ ਵੱਖੋ ਵੱਖਰੇ ਪ੍ਰਸੰਗ ਲਿਖੇ ਹਨ। ਸਰੋਤ ਸ਼ਾਸਤਰ ਅਰ ਸਿਮਰਤਨ। ਹਾਂ, 4 ਵੇਦਾਂ, 6 ਸ਼ਾਸਤਰਾਂ ਤੇ 27 ਸਿਮਰਤੀਆਂ ਵਿੱਚ, 18 ਪੁਰਾਣਾਂ ਵਿੱਚ, ਤੇ ਉਹਨਾਂ ਵਿੱਚੋਂ ਤੁਸੀਂ ਇਹ ਸਾਰੇ ਪ੍ਰਸੰਗ ਦੇਖ ਲੈਣਾ ਕਰੋ। ਜਿਮ ਜਿਮ ਭਇਓ ਸੰਗਰਾਮ ਅਖਾੜਾ। ਹਾਂ, ਜਿਵੇਂ ਜਿਵੇਂ ਧਰਤੀ ਦੇ ਉੱਪਰ ਯੁੱਧ ਹੋਇਆ ਏ, ਅਖਾੜਾ ਮਚਿਆ ਏ ਯੁੱਧ ਦਾ। ਲਹੋ ਸਕਲ ਸਭ ਗ੍ਰੰਥਨ। ਧਾਰਮਿਕ ਗ੍ਰੰਥਾਂ ਵਿੱਚ, ਸ਼ਾਸਤਰਾਂ ਦੇ ਵਿੱਚ ਸਾਰੀ ਗੱਲ ਕਹੀ ਹੈ। ਪੁਰਾਣਾਂ ਦੇ ਵਿੱਚੋਂ, ਰਿਸ਼ੀਆਂ ਮੁਨੀਆਂ ਦੇ ਲਿਖੇ ਹੋਏ ਗ੍ਰੰਥਾਂ ਵਿੱਚੋਂ ਲਹੋ ਜਾਣ ਲਵੋ। ਆਗੇ ਕਥਾ ਰਸਾਲ ਸੁਨਹੋ ਅਬ। ਗੁਰੂ ਖਾਲਸਾ ਜੀ ਅੱਗੇ ਹੁਣ ਤੁਹਾਨੂੰ ਮੈਂ ਹੋਰ ਕਥਾ ਸੁਣਾਉਂਦਾ ਹਾਂ। ਮਨ ਬਿਰਤੀ ਨੂੰ ਲਾ ਕਰਕੇ ਉਹ ਕਥਾ ਸੁਣੋ। ਜੁਗ ਪ੍ਰਬੰਧ ਜਗਤੇਸ਼ਵਰ। ਹਾਂ, ਜਿਵੇਂ ਵਾਹਿਗੁਰੂ ਅਕਾਲ ਪੁਰਖ ਨੇ ਪ੍ਰਲੈ ਤੋਂ ਬਾਅਦ ਯੁੱਗਾਂ ਦਾ ਪ੍ਰਬੰਧ ਕੀਤਾ, ਜਗਤ ਦੇ ਈਸ਼ਵਰ ਨੇ। ਰਜਤ ਜਗਤ ਹੋਤ ਨਵ ਤਨ ਪੁਨ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਜਿਵੇਂ ਪ੍ਰਲੈ ਕੀਤੀ ਤੇ ਤੈਸੇ ਹੀ ਫਿਰ ਜਗਤ ਨੂੰ ਰਚਨਾ ਕੀਤਾ, ਤੇ ਨਵਤਨ ਨਵੀਂ ਰਚਨਾ ਹੋਈ ਹੈ ਫੇਰ। ਚੋਜ ਕਰਤ ਪਰਮੇਸ਼ਵਰ। ਹਾਂ, ਇਹ ਪਰਮੇਸ਼ਰ ਨੇ ਚੋਜ ਕੀਤੇ ਨੇ, ਦਿਆਲੂ ਕਿਰਪਾਲੂ ਪਾਤਸ਼ਾਹ ਨੇ। ਸੁਨੇ ਬੇਨਤੀ ਨਿਸਤਰ ਹਰ ਜੋ। ਹਾਂ, ਪਹਿਲਾਂ ਪ੍ਰਲੈ ਕਰ ਦਿੱਤੀ ਤੇ ਹੁਣ ਸੰਸਾਰ ਨੂੰ ਰਚ ਦਿੱਤਾ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਦੈਂਤ ਦੀ ਬੇਨਤੀ ਨੂੰ ਸੁਣਿਆ। ਜਦੋਂ ਦੈਂਤ ਨੇ ਵਾਹਿਗੁਰੂ ਦੇ ਅੱਗੇ ਖਲੋ ਕੇ ਆਪਣੇ ਮਨ ਨੂੰ ਵੀ ਸਮਝਾਇਆ ਤੇ ਅਕਾਲ ਅੱਗੇ ਵੀ ਬੇਨਤੀਆਂ ਕੀਤੀਆਂ, ਕਿਉਂਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਮਨ ਦੀ ਸੁਣਦਾ ਏ, ਮੁਖ ਦੀ ਘੱਟ ਸੁਣਦਾ ਏ। ਜਦੋਂ ਬੰਦਾ ਮਨੋਂ ਅਰਦਾਸ ਕਰਦਾ ਏ ਨਾ,
ਮਨ ਨੂੰ ਹੋੜ ਕਰਕੇ ਤੇ ਮਨ ਨੂੰ ਕਹਿੰਦਾ ਵਾਹਿਗੁਰੂ ਦੇ ਚਰਨਾਂ ਨਾਲ ਲੱਗ, ਉਦੋਂ ਵਾਹਿਗੁਰੂ ਅਕਾਲ ਪੁਰਖ ਸੁਣਦਾ ਏ। ਬੀਰਜਨਾਥ ਨੇ ਮਨ ਨੂੰ ਸਮਝਾਇਆ ਤੇ ਅਕਾਲ ਅੱਗੇ ਬੇਨਤੀਆਂ ਕੀਤੀਆਂ, ਪਿੱਛੇ ਪੜ ਕੇ ਆਏ ਹੋ। ਵਾਹਿਗੁਰੂ ਨੇ ਦੈਂਤ ਦੀ ਬੇਨਤੀ ਨੂੰ ਸੁਣਨਾ ਕੀਤਾ ਏ। ਭਏ ਪ੍ਰਸੰਨ ਮੁਨੇਸ਼ਵਰ, ਮੁਨੀਆਂ ਦੇ ਈਸ਼ਵਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਪ੍ਰਸੰਨ ਹੋ ਗਏ ਦੈਂਤ ਦੇ ਉੱਪਰ। ਮਨ ਬਾਂਛਿਤ ਤਿਸ ਦਾਨ ਦਿਓ ਪ੍ਰਭ, ਮਹਾਰਾਜ ਸਾਹਿਬ ਜੀ ਨੇ ਮਨ ਬਾਂਛਿਤ ਜੋ ਮਨ ਵਿੱਚ ਚਾਹੁੰਦਾ ਸੀ ਉਹੀ ਦਾਨ ਦੇ ਦਿੱਤਾ। ਕਹਿੰਦੇ ਇਵੇਂ ਹੋਏਗਾ, ਪਹਿਲਾਂ ਤੇਰਾ ਮਨ ਮਰੇਗਾ, ਫਿਰ ਤੂੰ ਸਾਡੇ ਚਰਨਾਂ ਵਿੱਚ ਲੀਨ ਹੋ ਜਾਵੇਂਗਾ। ਜਗ ਰਚਨਾ ਭਵਨੇਸ਼ਵਰ, ਫਿਰ ਭਵਨਾਂ ਦੇ ਮਾਲਕ ਨੇ ਜਗਤ ਦੀ ਰਚਨਾ ਕਰ ਦਿੱਤੀ। ਤਿੰਨਾਂ ਭਵਨਾਂ ਦਾ ਜੋ ਮਾਲਕ ਹੈ, ਪਹਿਲਾਂ ਬੀਰਜਨਾਥ ਨੂੰ ਆਪਣੇ ਅਨੁਸਾਰ ਹੀ ਕਰ ਲਿਆ ਪ੍ਰਲਯ ਕਰਕੇ, ਤੇ ਫਿਰ ਜਗਤ ਦੀ ਰਚਨਾ ਕਰ ਦਿੱਤੀ। ਗ੍ਰਾਮ ਭੂਤ ਮੈਂ ਲੈਤਾ ਜਗ ਕੇ, ਹਾਂ, ਗ੍ਰਾਮ ਮੈਨੇ ਸਮੂਹ ਤੇ ਭੂਤ ਮੈਨੇ ਤੱਤਾਂ, ਸਾਰੇ ਪੰਜ ਤੱਤਾਂ ਵਿੱਚ ਸਾਰੇ ਜਗਤ ਦੀ ਲੈਤਾ ਕੀਤੀ ਸੀ। ਸਾਰਾ ਸੰਸਾਰ ਪੰਜਾਂ ਤੱਤਾਂ ਤੋਂ ਪੈਦਾ ਹੋਇਆ ਏ ਤੇ ਪੰਜਾਂ ਤੱਤਾਂ ਵਿੱਚ ਹੀ ਲੀਨ ਹੋ ਗਿਆ। ਜਿਵੇਂ ਨਾਵੇਂ ਪਾਤਸ਼ਾਹ ਦੇ ਬਚਨ ਹੈ, ਪਾਂਚ ਤਤ ਤੇ ਤਨ ਰਚਿਓ, ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਪੰਜਾਂ ਤੱਤਾਂ ਤੋਂ ਹੀ ਸਾਰਾ ਬ੍ਰਹਮੰਡ ਰਚਿਆ ਏ ਤੇ ਪੰਜਾਂ ਤੱਤਾਂ ਦੇ ਵਿੱਚ ਹੀ ਵਾਹਿਗੁਰੂ ਲੀਨ ਕਰ ਦਿੰਦਾ ਏ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰਾ ਸੰਸਾਰ ਪੰਜਾਂ ਤੱਤਾਂ ਤੋਂ ਹੀ ਰਚਿਆ ਤੇ ਪੰਜਾਂ ਤੱਤਾਂ ਵਿੱਚ ਹੀ ਜਗਤ ਦੀ ਵਾਹਿਗੁਰੂ ਨੇ ਲੀਨਤਾ ਕੀਤੀ ਸੀ, ਲੈ ਕੀਤਾ ਸੀ ਸਾਰਾ ਜਗ। ਜਿਤੇ ਚਰਾਚਰ ਜਨਤਾ, ਹਾਂ, ਜਿੰਨੇ ਜੜ ਚੇਤਨ ਜੀਵ ਸਨ ਸਾਰੇ ਪੰਜਾਂ ਤੱਤਾਂ ਵਿੱਚ ਜਿਹੜੇ ਲੀਨ ਕੀਤੇ ਹੋਏ ਸਨ। ਦੇਵ ਅਦੇਵ ਮਾਨਵ ਜਖ ਰਾਖਸ, ਹਾਂ, ਦੇਵ ਤੇ ਦੈਂਤ ਮਨੁੱਖ ਜਖ ਤੇ ਰਾਖਸ਼ ਜਿੰਨੇ ਵੀ ਭਾਂਤਾਂ ਦੇ ਜੀਵ ਨੇ ਸਾਰੇ ਪੰਜਾਂ ਤੱਤਾਂ ਵਿੱਚ ਲੀਨ ਹੋਏ ਸਨ। ਪ੍ਰਜਾ ਸਕਲ ਸੁਰ ਦੰਤੰ, ਸਾਰੀ ਹੀ ਪ੍ਰਜਾ ਦੇਵਤੇ ਦੰਤ ਸਾਰੇ ਹੀ ਲੀਨ ਹੋਏ ਸਨ ਪੰਜਾਂ ਤੱਤਾਂ ਦੇ ਵਿੱਚ। ਦੇਸ ਕਾਲ ਦਿਵ ਨਿਸਾ ਬਰਖ, ਹਾਂ, ਦੇਸ ਕਾਲ ਦਿਵ ਦਿਨ ਨਿਸਾ ਰਾਤ ਤੇ ਬਰਖ ਸਾਲ। ਕਿਉਂਕਿ ਗੁਰੂ ਖਾਲਸਾ ਜੀ ਜਦੋਂ ਉਤਪਤੀ ਹੁੰਦੀ ਹੈ ਨਾ, ਉਦੋਂ ਫਿਰ ਕਾਲ ਚੱਕਰ ਚੱਲਦਾ ਏ। ਕਾਲ ਦਾ ਅਰਥ ਹੁੰਦਾ ਏ ਸਮਾਂ, ਸਮੇਂ ਦਾ ਗੇੜ ਚੱਲਦਾ ਏ, ਸਮੇਂ ਦਾ ਚੱਕਰ ਚੱਲਦਾ ਏ। ਸਮੇਂ ਦੇ ਚੱਕਰ ਨਾਲ ਦਿਨ ਰਾਤ ਸਾਲ ਦੇਸ਼ ਇਹ ਸਾਰਾ ਕੁਝ ਬਣਦਾ ਏ। ਜਦੋਂ ਪ੍ਰਲਯ ਹੋ ਜਾਂਦੀ ਹੈ ਉਦੋਂ ਗੁਰੂ ਖਾਲਸਾ ਜੀ ਨਾ ਦਿਨ ਤੇ ਨਾ ਰਾਤ, ਜੈਸਾ ਬਾਣੀ 'ਚ ਲਿਖਿਆ ਏ, ਅਰਬਦ ਨਰਬਦ ਧੁੰਦੂਕਾਰਾ, ਨਾ ਦਿਨ ਰੈਣ ਨਾ ਚੰਦ ਪਸਾਰਾ, ਨਾ ਦਿਨ ਤੇ ਨਾ ਰਾਤ, ਨਾ ਚੰਦ ਤੇ ਨਾ ਸੂਰਜ। ਕਿਉਂਕਿ ਚੰਦਰਮਾ ਤੇ ਸੂਰਜ ਤੋਂ ਹੀ ਕਾਲ ਦਾ ਗੇੜਾ ਚੱਲਦਾ ਏ। ਗੁਰੂ ਖਾਲਸਾ ਜੀ ਇਹ ਕੁਝ ਵੀ ਨਹੀਂ ਹੁੰਦਾ। ਸੋ ਸਾਹਿਬ ਜੀ ਕਹਿੰਦੇ ਨੇ ਦੇਸ਼ ਕਾਲ ਮੈਨੇ ਸਮਾਂ, ਫਿਰ ਦਿਨ ਰਾਤ ਤੇ ਸਾਲ, ਯੁੱਗ ਮੈਨੇ 4 ਯੁੱਗ, ਮਾਸ 12 ਮਹੀਨੇ ਤੇ ਕਲਪ 9 ਯੁੱਗਾਂ ਦਾ ਵੀ ਕਲਪ ਮੰਨਿਆ ਏ। ਤੇ ਬ੍ਰਹਮੇ ਦੇ ਇੱਕ ਦਿਨ ਨੂੰ ਵੀ ਕਲਪ ਕਹਿੰਦੇ ਨੇ। ਇੱਥੋਂ ਤੱਕ ਜਿੰਨਾ ਵੀ ਕਾਲ ਗੇੜ ਹੈ। ਉਤਪਤ ਪ੍ਰਲੈ ਲੈ ਸਭ ਦੇਵਨ, ਹਾਂ, ਫਿਰ ਉਤਪਤੀ, ਫਿਰ ਪ੍ਰਲੈ ਤੇ ਫਿਰ ਲੈ ਸਭ ਦੇਵਨ, ਸਾਰੇ ਦੇਵਤਿਆਂ ਦੀ ਜੋ ਲੈ ਹੋਈ ਸੀ। ਕਿਉਂਕਿ ਗੁਰੂ ਖਾਲਸਾ ਜੀ ਇੱਕ ਮਹਾਂ ਪ੍ਰਲੈ ਹੁੰਦੀ ਹੈ ਤੇ ਇੱਕ ਪ੍ਰਲੈ ਕੱਲੀ ਹੁੰਦੀ ਹੈ, ਇੱਕ ਨਿਤ ਪ੍ਰਲੈ ਵੀ ਹੁੰਦੀ ਹੈ। 4 ਤਰੀਕੇ ਦੀ ਪ੍ਰਲੈ ਹੁੰਦੀ ਹੈ। ਮਹਾਂ ਪ੍ਰਲੈ ਹੁੰਦੀ ਹੈ ਜਦੋਂ ਬ੍ਰਹਮਾ ਵਿਸ਼ਨੂੰ ਸ਼ਿਵ ਜੋ ਧਰਤੀ ਦੇ 3 ਵੱਡੇ ਦੇਵਤੇ ਨੇ ਉਹ ਸਾਰੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਬਣਾਏ ਪੰਜਾਂ ਤੱਤਾਂ ਵਿੱਚ ਲੀਨ ਹੋ ਜਾਂਦੇ ਨੇ। ਇੱਕ ਸੰਸਾਰ ਦੀ ਪ੍ਰਲੈ ਹੁੰਦੀ ਹੈ। ਉਹ ਪ੍ਰਲੈ ਹੁੰਦੀ ਹੈ ਜਦੋਂ ਬ੍ਰਹਮਾ ਸਾਰੇ ਦਿਨ ਦਾ ਕੰਮਕਾਜ ਕਰਕੇ ਰਾਤ ਨੂੰ ਸੌਂਦਾ ਤੇ ਇਕੱਲੇ ਸੰਸਾਰ ਦੀ ਪ੍ਰਲੈ ਹੁੰਦੀ ਹੈ। ਬ੍ਰਹਮਾ ਵਿਸ਼ਨੂੰ ਸ਼ਿਵ ਦੇਵਤੇ ਆਦਿਕ ਜਾਗਦੇ ਨੇ ਤੇ ਗੁਰੂ ਖਾਲਸਾ ਜੀ ਲੁਕਾਈ ਦੀ ਪ੍ਰਲੈ ਹੁੰਦੀ ਹੈ। ਤੇ ਫਿਰ ਜਦੋਂ ਬ੍ਰਹਮਾ ਜਾਗਦਾ ਏ ਤੇ ਫਿਰ
ਸੰਸਾਰ ਰਚ ਲੈਂਦਾ ਏ, ਜਦੋਂ ਸੌਂਦਾ ਏ ਪ੍ਰਲੈ ਕਰ ਲੈਂਦਾ ਏ, ਇਹਨੂੰ ਕਲਪ ਕਹਿੰਦੇ ਨੇ। ਫਿਰ ਦੇਵਤਿਆਂ ਦੀ ਵੀ ਲੈ ਹੁੰਦੀ ਹੈ। ਬ੍ਰਹਮੇ ਦੇ ਇੱਕ ਦਿਨ ਵਿੱਚ 14 ਦੇਵਤੇ ਰਾਜ ਭੋਗ ਕੇ, 14 ਇੰਦਰ ਰਾਜ ਭੋਗ ਕੇ ਖਤਮ ਹੋ ਜਾਂਦੇ ਨੇ, ਭਾਵ ਦੇਵਤੇ ਵੀ ਖਤਮ ਹੁੰਦੇ ਰਹਿੰਦੇ ਨੇ। ਇਹ ਜਿੰਨਾ ਵੀ ਕਾਲ ਚੱਕਰ ਹੈ ਨਾ, ਜਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਮਹਾਂਪ੍ਰਲੈ ਕਰਦਾ ਏ, ਉਦੋਂ ਸੰਸਾਰ ਦੀ ਉਤਪਤੀ ਬ੍ਰਹਮੇ ਦੁਆਰਾ ਹੋਣੀ, ਸੰਸਾਰ ਦੀ ਪ੍ਰਲੈ ਬ੍ਰਹਮਾ ਦੁਆਰਾ ਹੋਣੀ। ਬ੍ਰਹਮੇ ਦੇ ਦਿਨ ਵਿੱਚ 14 ਇੰਦਰਾਂ ਦਾ ਮਰਨਾ, ਤੇ ਜਦੋਂ ਗੁਰੂ ਖਾਲਸਾ ਜੀ ਬ੍ਰਹਮਾ ਸੰਸਾਰ ਦੀ ਪ੍ਰਲੈ ਕਰਦਾ, ਉਦੋਂ ਦੇਵਤੇ ਮਰ ਜਾਂਦੇ ਨੇ ਇੰਦਰ ਸਮੇਤ। ਇਹ ਜਿੰਨਾ ਵੀ ਕਾਲ ਚੱਕਰ ਹੈ। ਭੂਤ ਗ੍ਰਾਮ ਭਗਵੰਤੰ, ਹਾਂ, ਇਹ ਗ੍ਰਾਮ ਸਾਰੇ 5 ਤੱਤਾਂ ਵਿੱਚ ਭਗਵਾਨ ਨੇ ਲੀਨ ਕਰ ਦਿੱਤੇ ਸਨ, ਫਿਰ ਭਗਵਾਨ ਨੇ ਪ੍ਰਗਟ ਕਰ ਦਿੱਤੇ ਨੇ। ਉਸੇ ਹੀ ਪ੍ਰਕਾਰ ਕਾਲ ਚੱਕਰ, ਉਦਾਂ ਹੀ ਬ੍ਰਹਮਾ, ਉਦਾਂ ਹੀ ਦੇਵਤੇ, ਉਦਾਂ ਹੀ ਇਹ ਸਾਰਾ ਕੁਝ ਜਿੰਨਾ ਵੀ ਕਾਲ ਦੇ ਗੇੜੇ ਵਿੱਚ ਆਉਂਦਾ, ਮਹਾਰਾਜ ਨੇ ਬਣਾ ਦੇਣਾ ਕੀਤਾ। ਅਨੇਕ ਪ੍ਰਲੈ ਉਤਪਤ ਨਾਨਾ ਜੁਗ, ਹਾਂ, ਫਿਰ ਕਹਿੰਦੇ ਅਨੇਕਾਂ ਹੀ ਪ੍ਰਲੈ, ਅਨੇਕਾਂ ਵਾਰ ਹੀ ਯੁੱਗਾਂ ਦੀ ਉਤਪਤੀ ਇਹ ਤੇ ਹੁੰਦੀ ਹੀ ਆਈ ਹੈ। ਹੋਤ ਆਇਓ ਹੈ ਸਦ ਹੀ, ਮਹਾਰਾਜ ਕਲਗੀਧਰ ਜੀ ਕਹਿੰਦੇ ਇਹ ਤੇ ਸਦਾ ਹੀ ਹੁੰਦੀ ਆਈ ਹੈ। ਇਹ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਅੱਖ ਦਾ ਪਲਕਾਰਾ ਏ। ਹਰਨ ਭਰਨ ਜਾ ਕਾ ਨੇਤਰ ਫੋਰ, ਜਿੱਦਾਂ ਆਪਾਂ ਪਲਕ ਝਮਕਦੇ ਆ ਨਾ ਤੇ ਪਲਕਾਰਾ ਮਾਰਦੇ ਆ, ਇਦਾਂ ਵਾਹਿਗੁਰੂ ਜੀ ਅੱਖ ਝਮਕਣ ਦੇ ਵਿੱਚ ਹੀ ਸੰਸਾਰ ਦੀ ਉਤਪਤੀ ਤੇ ਸੰਸਾਰ ਦੀ ਪ੍ਰਲੈ ਕਰਨ ਵਿੱਚ ਸਮਰੱਥ ਨੇ। ਮਨ ਕਰ ਬ੍ਰਹਮੰਡ ਖੰਡ ਅਰ ਪਿੰਡੰ, ਹਾਂ, ਮਨ ਦਾ ਅਰਥ ਹੁੰਦਾ ਏ ਮੈਂ। ਜੀਵ ਦਾ ਜੋ ਨਿੱਜੀ ਸਰੂਪ ਹੈ ਉਹਨੂੰ ਮੈਂ ਕਹਿੰਦੇ ਨੇ। ਇੱਥੇ 5 ਤੱਤਾਂ ਦਾ ਜੋ ਸਰੂਪ ਮਨ ਹੈ, ਉਹਦਾ ਅਰਥ ਨਹੀਂ ਲੈਣਾ। ਜੋ 5 ਤੱਤਾਂ ਦੇ ਮਨ ਵਿੱਚ ਜੋਤ ਹੈ ਨਾ, ਉਸ ਜੋਤ ਦਾ ਅਰਥ ਮਨ ਤੋਂ ਲੈਣਾ ਹੈ। ਕਿਉਂਕਿ ਮਨ ਗੁਰੂ ਖਾਲਸਾ ਜੀ ਅੱਧਾ ਜੜ ਤੇ ਅੱਧਾ ਚੇਤਨ ਵਿਦਵਾਨਾਂ ਨੇ ਮੰਨਿਆ ਹੈ। 5 ਤੱਤਾਂ ਤੋਂ ਪੈਦਾ ਹੋਣੇ ਕਰਕੇ ਇਹਨੂੰ ਜੜ ਕਹਿੰਦੇ ਨੇ। ਇਹਦੇ ਵਿੱਚ ਸਤ ਚਿਤ ਆਨੰਦ ਜੋਤ ਹੋਣੇ ਕਰਕੇ ਇਹਨੂੰ ਚੇਤਨ ਕਹਿੰਦੇ ਨੇ। ਇੱਥੇ ਮਨ ਦਾ ਅਰਥ ਜੋਤ ਲੈਣਾ ਹੈ। ਵਾਹਿਗੁਰੂ ਦੀ ਜੋਤ ਕਰਕੇ ਹੀ ਇਹ ਬ੍ਰਹਮੰਡ, ਖੰਡ ਮੈਨੇ ਟੁਕੜੇ ਧਰਤੀ ਦੇ 9 ਖੰਡ, ਪਿੰਡ ਮੈਨੇ ਸਰੀਰ, ਇਹ ਸਭ ਕੁਝ ਵਾਹਿਗੁਰੂ ਦੀ ਜੋਤ ਕਰਕੇ ਹੀ ਬਣਿਆ ਏ। ਹੋਤ ਭਇਓ ਜਬ ਕਬ ਹੀ, ਹਾਂ, ਜਦੋਂ ਕਦੋਂ ਇਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਜੋਤ ਤੋਂ, ਜੋਤ ਕਰਕੇ ਬ੍ਰਹਮੰਡ, ਸਰੀਰ, ਧਰਤੀ ਦੇ ਟੁਕੜੇ ਭਾਵ ਉਤਪਤੀ ਹੋਈ ਹੈ, ਜਦੋਂ ਕਦੋਂ ਵੀ ਸੰਸਾਰ ਦੇ ਉੱਪਰ। ਤਬ ਤਬ ਅਸਰ ਪ੍ਰਬਲ ਭੀਖਮ ਬਾਪ, ਮਹਾਰਾਜ ਕਲਗੀਧਰ ਜੀ ਕਹਿੰਦੇ ਤਦੋਂ ਤਦੋਂ ਇਹ ਪ੍ਰਬਲ ਦੈਂਤ ਧਰਤੀ ਦੇ ਉੱਪਰ ਪੈਦਾ ਹੋਏ ਨੇ। ਦੇਖੋ ਮਹਾਰਾਜ ਸਾਹਿਬ ਜੀ ਕਥਾ ਕਰਦੇ ਪਏ ਨੇ, ਕਿਉਂਕਿ ਸੱਚੇ ਪਾਤਸ਼ਾਹ ਜੀ ਦਿਵ ਦ੍ਰਿਸ਼ਟੀ ਨਾਲ ਇਹ ਸਾਰੀ ਕਥਾ ਨੂੰ ਦੇਖ ਰਹੇ ਨੇ। ਜਿਹੜੇ ਮਹਾਂਪੁਰਖ ਹੁੰਦੇ ਆ ਨਾ, ਉਹ ਤ੍ਰੈਕਾਲਦਰਸ਼ੀ ਹੁੰਦੇ ਨੇ। ਲੰਘ ਚੁੱਕੇ ਸਮੇਂ ਨੂੰ, ਚੱਲ ਰਹੇ ਸਮੇਂ ਨੂੰ ਤੇ ਆਉਣ ਵਾਲੇ ਸਮੇਂ ਨੂੰ ਇੰਜ ਦੇਖਦੇ ਨੇ ਜਿਵੇਂ ਆਪਾਂ ਟੀਵੀ ਵਿੱਚ ਕੋਈ ਮੂਵੀ ਵੇਖਦੇ ਆ। ਮਹਾਰਾਜ ਦੇਖ ਰਹੇ ਨੇ। ਇੱਕ ਪਾਸੇ ਤੇ ਦੇਖਿਆ ਵੀ ਵਾਹਿਗੁਰੂ ਅਕਾਲ ਪੁਰਖ ਨੇ ਸੰਸਾਰ ਦੀ ਰਚਨਾ ਕਰ ਦਿੱਤੀ ਹੈ। ਉਹ ਮਹਾਰਾਜ ਸਾਹਿਬ ਜੀ ਨੇ ਵੇਖ ਕੇ ਝਲਕ ਮਾਤਰ ਗੱਲ ਤੁਹਾਨੂੰ ਦੱਸ ਦਿੱਤੀ, ਉਧਰ ਨੂੰ ਧਿਆਨ ਗਿਆ ਹੈ। ਹੁਣ ਦੂਜੇ ਪਾਸੇ ਵੇਖਦੇ ਪਏ ਨੇ ਵੀਰ ਜਨਾਦ ਵੱਲ। ਹੁਣ ਉਹਦੀ ਕਥਾ ਕਰਨ ਲੱਗ ਪਏ ਨੇ ਕਿ ਧਰਤੀ ਦੇ ਉੱਪਰ ਜਦੋਂ ਕਦੋਂ ਵੀ ਉਤਪਤੀ ਹੋਈ ਹੈ, ਦੈਂਤ ਵੀ ਧਰਤੀ ਦੇ ਉੱਪਰ ਨਾਲ ਹੀ ਪੈਦਾ ਹੋਏ ਨੇ। ਧਰਤ ਪਇਓ ਜਬ ਤਬ ਹੀ, ਹਾਂ, ਜਦੋਂ ਜਦੋਂ ਧਰਤੀ ਦੀ ਉਤਪਤੀ ਹੋਈ ਤੇ ਉਦੋਂ ਹੀ ਧਰਤੀ ਦੇ ਉੱਪਰ ਅਵਤਾਰ ਧਾਰਦੇ ਪਏ ਹਨ ਦੈਂਤ ਵੀ। ਤਬ ਤਬ ਧਰਤ ਅਵਤਾਰ ਸਨਾਤਨ, ਹਾਂ, ਜਦੋਂ ਜਦੋਂ ਧਰਤੀ ਉੱਪਰ ਦਿਆਂ ਧਾਰੀਆਂ ਨੇ, ਦੰਤਾਂ ਨੇ, ਤਦੋਂ ਤਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਸਨਾਤਨ ਪੁਰਾਤਨ ਸਮੇਂ ਤੋਂ ਆਦਿ ਕਾਲ ਤੋਂ ਹੀ ਦੇਹ ਨੂੰ ਧਾਰਨਾ ਕੀਤਾ ਏ। ਕਰਤਨ ਬੇਰੋ ਸਭ ਹੀ, ਦੰਤਾਂ ਨੇ ਜਦੋਂ ਜਦੋਂ ਮਾਂ ਜੁਧ ਰਚਿਆ ਏ, ਤਦੋਂ ਤਦੋਂ ਵਾਹਿਗੁਰੂ ਨੇ ਨਬੇਰਾ ਕੀਤਾ ਏ। ਤਬ ਤਬ ਗਾਥ ਪ੍ਰਸੰਗ ਹਰ ਲੀਲਾ, ਤਦੋਂ ਤਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਲੀਲਾ ਦੇ ਪ੍ਰਸੰਗ ਬਣੇ ਨੇ।
ਗਾਥ ਕਥਾ ਬਣੀ ਹੈ। ਹੋਤ ਉਚਾਰ ਗ੍ਰੰਥਨ ਤੇ ਖਾਲਸਾ ਜੀ ਗ੍ਰੰਥਾਂ ਦੇ ਵਿੱਚ ਇਹ ਗੱਲ ਉਚਾਰਨ ਹੁੰਦੀ ਰਹੀ ਹੈ। ਜਦੋਂ ਉਤਪਤੀ ਹੋਈ ਉਦੋਂ ਦੈਂਤ ਪੈਦਾ ਹੋਏ, ਜਦੋਂ ਦੈਂਤ ਪੈਦਾ ਹੋਏ ਉਦੋਂ ਵਾਹਿਗੁਰੂ ਨੇ ਅਵਤਾਰ ਧਾਰਿਆ, ਜਦੋਂ ਅਵਤਾਰ ਧਾਰ ਕੇ ਦੈਂਤਾਂ ਨੂੰ ਮਾਰਿਆ ਉਦੋਂ ਕਥਾ ਬਣ ਗਈ, ਉਦੋਂ ਗ੍ਰੰਥਾਂ ਵਿੱਚ ਕਥਾ ਲਿਖੀ ਗਈ। ਰਿਖਨ ਸੇਖ ਭਵ ਪ੍ਰਜਾਪਤ ਭਾਖਿਓ ਹਾਂ, ਰਿਖੀਆਂ ਨੇ, ਸ਼ੇਸ਼ਨਾਗ ਨੇ ਤੇ ਭਵ ਨਾਮ ਸ਼ਿਵ ਦਾ ਏ ਤੇ ਪ੍ਰਜਾਪਤ ਬ੍ਰਹਮੇ ਦਾ ਏ। ਇਹਨਾਂ ਨੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਕਥਾ ਨੂੰ ਕਹਿਣਾ ਕੀਤਾ ਏ ਆਪੋ ਆਪਣੇ ਪੁਸਤਕਾਂ ਵਿੱਚ। ਪੁਰਾਨ ਸਰਤ ਸਿਮਰਤਨ ਹਾਂ, ਵੇਦਾਂ ਸਿਮਰਤੀਆਂ ਤੇ ਪੁਰਾਣਾਂ ਵਿੱਚ, ਕਲਪ ਕਲਪ ਅਵਤਾਰ ਜੁਗੋ ਜੁਗ ਕਲਪਾਂ ਕਲਪਾਂਤਰਾਂ ਵਿੱਚ ਤੇ ਜੁਗਾਂ ਜੁਗਾਂ ਵਿੱਚ ਵਾਹਿਗੁਰੂ ਅਕਾਲ ਪੁਰਖ ਦੇ ਅਵਤਾਰ ਹੋਏ ਨੇ। ਤਰਤ ਭਇਓ ਜਨਾਰਦਨ ਜਨਾਂ ਨੂੰ ਭਗਤੀ ਰੂਪੀ ਪਾਣੀ ਨਾਲ ਗਿੱਲਾ ਕਰਨ ਵਾਲਾ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ, ਜਨਾਂ ਦੀ ਰੱਖਿਆ ਵਾਸਤੇ ਜੋ ਦੈਂਤਾਂ ਨੂੰ ਅਰਦਨ ਖਤਮ ਕਰਨ ਵਾਲਾ ਵਾਹਿਗੁਰੂ ਅਕਾਲ ਪੁਰਖ ਹੈ, ਤਦੋਂ ਅਵਤਾਰ ਧਾਰਦਾ ਹੋਇਆ ਇਹ ਭਾਵ ਅਵਤਾਰ ਧਾਰੇ ਨੇ। ਤੈਸ ਭਾਂਤ ਸਰਬ ਲੋਹ ਸੰਗਰਾਮ ਹਾਂ, ਜਿਵੇਂ ਗੁਰੂ ਖਾਲਸਾ ਜੀ ਪੁਰਾਣਾਂ ਵਿੱਚ ਹੋਰ ਪ੍ਰਸੰਗ ਲਿਖੇ ਨੇ, ਦੈਂਤਾਂ ਨਾਲ ਵਾਹਿਗੁਰੂ ਦੇ ਯੁੱਧ ਲਿਖੇ ਨੇ, ਉਦਾਂ ਹੀ ਸਰਬਲੋ ਭਗਵਾਨ ਨੇ ਸੰਗਰਾਮਾ ਯੁੱਧ ਰਚਿਆ ਹੈ ਅਤੇ ਦੈਂਤਯ ਬੀਰਜਨਾਥ ਦਾ ਸੰਘਾਰ ਕੀਤਾ ਹੈ। ਪ੍ਰਲੈ ਭਾਰਤ ਭਉ ਸੰਤਨ ਹਾਂ, ਪ੍ਰਲੈ ਵਾਲਾ ਭਾਰਤ ਯੁੱਧ ਹੋਇਆ ਏ, ਪ੍ਰਲੈ ਭਾਰਤ ਇਕੱਠਾ ਹੀ ਹੈ। ਪ੍ਰਲੈ ਵਾਲਾ ਯੁੱਧ ਹੋਇਆ ਏ, ਭਉ ਮੈਨੇ ਹੋਇਆ ਏ, ਸੰਤਨ ਮੈਨੇ ਹੇ ਸੰਤੋ। ਇਹ ਤੁਹਾਨੂੰ ਮੈਂ ਕਥਾ ਸੁਣਾਈ ਹੈ। ਇਹ ਜੋ ਗੁਰੂ ਖਾਲਸਾ ਜੀ ਯੁੱਗ ਪ੍ਰਬੰਧ ਦਾ ਮਹਾਰਾਜ ਨੇ ਝਲਕਾਰਾ ਜਿਹਾ ਦਿਖਾਇਆ ਏ ਨਾ, ਇਹ ਹੁਣ ਇੱਥੋਂ ਕਥਾ ਸ਼ੁਰੂ ਹੋਏਗੀ ਕਲੰਕਾ ਦੈਂਤ ਦੀ। ਗਰਭ ਬੁਰਾ ਨਰਕ ਕਾ ਦੁਆਰਾ ਜਾਂ ਤੇ ਬਚ ਕਰ ਚੱਲੀਏ, ਇਹ ਮਹਾਰਾਜ ਸਾਹਿਬ ਜੀ ਤੁਹਾਨੂੰ ਦੱਸਣਗੇ। ਇਹਦੇ ਤੋਂ ਅੱਗੇ ਆਏਗਾ ਬਿਸਨਪਦ ਰਾਗ ਜਬਲੀ ਧਾਰ ਅਥ ਯੁੱਗ ਪ੍ਰਬੰਧ ਲਿਖੇ ਅਤੇ ਇਹ ਅੱਗੇ ਆਏਗਾ ਜਾ ਕੇ ਯੁੱਗ ਪ੍ਰਬੰਧ। ਇੱਥੇ ਮਹਾਰਾਜ ਨੇ ਤੁਹਾਨੂੰ ਝਲਕ ਦਿਖਾਈ ਹੈ। ਇੱਕ ਵਾਰ ਸ਼ਾਇਦ ਪਿੱਛੇ ਵੀ ਝਲਕ ਦਿਖਾਈ ਸੀ ਵੀ ਤੁਹਾਨੂੰ ਯੁੱਗ ਪ੍ਰਬੰਧ ਦੱਸਦੇ। ਜਦੋਂ ਮਹਾਰਾਜ ਸਾਹਿਬ ਜੀ ਦੱਸਣ ਲੱਗਦੇ ਆ ਨਾ ਯੁੱਗ ਪ੍ਰਬੰਧ, ਉਦੋਂ ਮਹਾਰਾਜ ਸਾਹਿਬ ਜੀ ਦੇ ਅਨੁਭਵ ਵਿੱਚ ਹੋਰ ਕਥਾ ਆ ਜਾਂਦੀ ਹੈ, ਉਹ ਕਥਾ ਦੱਸਣ ਲੱਗ ਪੈਂਦੇ ਹੈ। ਇੱਦਾਂ ਯੁੱਗ ਪ੍ਰਬੰਧ ਦੀ ਕਥਾ ਪਿੱਛੇ ਤੁਰੀ ਜਾਂਦੀ ਹੈ। ਜਿਵੇਂ ਆਮ ਮੂਵੀਆਂ ਦੇ ਵਿੱਚ ਦੇਖਦੇ ਆ ਨਾ, ਉਹ ਇੱਕ ਮਹਾਭਾਰਤ ਵੇਖੀਏ, ਉਹ ਕਦੇ ਗੁਰੂ ਖਾਲਸਾ ਜੀ ਯੁੱਧ ਵਾਲੇ ਪਾਸੇ ਨੂੰ ਲੈ ਜਾਂਦੇ ਨੇ ਤੇ ਕਦੇ ਉਹ ਰਾਜ ਮਹੱਲਾਂ ਵਾਲੇ ਪਾਸੇ ਨੂੰ ਲੈ ਜਾਂਦੇ ਨੇ, ਕਦੇ ਗੁਰੂ ਖਾਲਸਾ ਜੀ ਉਹ ਸੂਰਮਿਆਂ ਦੇ ਮਨਾਂ ਵਾਲੇ ਪਾਸੇ ਨੂੰ ਗੱਲ ਲੈ ਜਾਂਦੇ ਨੇ ਵੀ ਸੂਰਮੇ ਆਪਣੇ ਮਨ ਵਿੱਚ ਕੀ ਸੋਚਦੇ ਪਏ ਨੇ। ਇੱਦਾਂ ਮਹਾਰਾਜ ਸਾਹਿਬ ਜੀ ਨੇ ਇਹ ਕਥਾ ਸਾਰੀ ਲਿਖੀ ਹੈ। ਵੱਖਰੇ ਵੱਖਰੇ ਝਲਕਾਰੇ ਮਹਾਰਾਜ ਸਾਹਿਬ ਜੀ ਨੂੰ ਸਾਰੀ ਗੱਲ ਨੂੰ ਬਰਾਬਰ ਤੇ ਰੱਖਦੇ ਪਏ ਨੇ, ਸਾਰੀ ਗੱਲ ਨੂੰ ਬਰਾਬਰ ਤੋਰਦੇ ਪਏ ਨੇ। ਹੁਣ ਮਹਾਰਾਜ ਸਾਹਿਬ ਜੀ ਇੱਕ ਤੇ ਇਹ ਗੱਲ ਤੋਰਦੇ ਪਏ ਨੇ ਵੀ ਜੁਗਾਂ ਜਗਾਂਤਰਾਂ 'ਚ ਦੈਂਤ ਹੋਏ ਤੇ ਯੁੱਧ ਹੁੰਦਾ ਰਿਹਾ। ਇੱਕ ਮਹਾਰਾਜ ਇਹ ਗੱਲ ਤੋਰਦੇ ਪਏ ਨੇ ਕਿ ਪਰਮੇਸ਼ਰ ਨੇ ਸੰਸਾਰ ਰਚ ਦਿੱਤਾ। ਇੱਕ ਪਾਸੇ ਮਹਾਰਾਜ ਇਹ ਹੁਣ ਦੱਸਣਗੇ ਵੀ ਇਹ ਬੀਰਜਨਾਥ ਦਾ ਯੁੱਧ ਕਿਉਂ ਹੋਇਆ, ਬੀਰਜਨਾਥ ਧਰਤੀ ਤੇ ਪੈਦਾ ਕਿਉਂ ਹੋਇਆ। ਕੁਝ ਗ੍ਰੰਥ ਗੁਰੂ ਖਾਲਸਾ ਜੀ ਐਸੇ ਹੁੰਦੇ ਨੇ ਜਿਨ੍ਹਾਂ ਦਾ ਮੂਲ ਮੁਖਬੰਧ ਆਰੰਭ ਦੇ ਵਿੱਚ ਲਿਖਿਆ ਹੁੰਦਾ ਹੈ। ਕੁਝ ਗ੍ਰੰਥ ਐਸੇ ਹੁੰਦੇ ਨੇ ਜਿਨ੍ਹਾਂ ਦੇ ਬਾਰੇ ਪਿੱਛੇ ਜਾ ਕੇ ਲਿਖਿਆ ਹੁੰਦਾ ਹੈ ਉਹਦਾ ਕੇਂਦਰੀ ਭਾਵ। ਕੁਝ ਗ੍ਰੰਥ ਐਸੇ ਹੁੰਦੇ ਨੇ ਜਿਨ੍ਹਾਂ ਦੇ ਵਿਚਕਾਰ ਕੇਂਦਰੀ ਭਾਵ ਲਿਖਿਆ ਹੁੰਦਾ ਹੈ। ਮੁੱਖ ਦੇ ਵਿੱਚ ਜੇ ਮੁਖਬੰਧ ਵਿੱਚ ਸਾਰਾ ਕੁਝ ਲਿਖਿਆ ਹੋਵੇ ਤੇ ਮੁਖਬੰਧ ਨੂੰ ਪੜ੍ਹ ਕੇ ਤੇ ਲੋਕ ਪੁਸਤਕ ਬੰਦ ਕਰ ਦਿੰਦੇ ਨੇ ਕਿ ਸਾਰਾ ਪੜ੍ਹਨ ਦੀ ਲੋੜ ਨਹੀਂ, ਮੁਖਬੰਧ ਵਿੱਚ ਆ ਗਿਆ ਹੈ। ਅਖੀਰ ਤੇ ਲਿਖਿਆ ਹੋਵੇ ਤੇ ਅਖੀਰ ਤੋਂ ਮੁਖਬੰਧ ਪੜ੍ਹ ਕੇ ਕਹਿੰਦੇ ਆ ਜੀ ਇਹ ਕੇਂਦਰੀ ਭਾਵ ਅਖੀਰ ਤੇ ਸਾਰਾ ਲਿਖਿਆ ਹੈ। ਜੇ ਵਿਚਕਾਰ ਲਿਖਿਆ ਹੋਵੇ ਤੇ ਫਿਰ ਸਾਰਾ ਗ੍ਰੰਥ ਪੜ੍ਹਨਾ ਪੈਂਦਾ ਹੈ।
ਫਿਰ ਜਾ ਕੇ ਨਿਚੋੜ ਨਿਕਲਦਾ ਇਹ ਗ੍ਰੰਥ ਦਾ। ਇਹ ਸਰਬਲੋ ਪ੍ਰਕਾਸ਼ ਗ੍ਰੰਥ ਦਾ ਮਹਾਰਾਜ ਸਾਹਿਬ ਨੇ ਨਿਚੋੜ ਮੱਧ ਭਾਗ ਵਿੱਚ ਲਿਖਿਆ ਹੈ। ਇੱਥੇ ਸਰਬਲੋ ਪ੍ਰਕਾਸ਼ ਦਾ ਅੱਗੇ ਮੱਧ ਵੀ ਲੱਗਣਾ ਹੈ। ਇੱਥੇ ਮਹਾਰਾਜ ਸਾਹਿਬ ਜੀ ਨੇ ਜੋ ਸਰਬਲੋ ਗ੍ਰੰਥ ਦਾ ਕੇਂਦਰੀ ਭਾਵ ਹੈ ਉਹ ਲਿਖਿਆ ਹੈ ਕਿ ਧਰਤੀ ਦੇ ਉੱਪਰ ਬੀਰਜਨਾਦ ਦੈਂਤ ਕਿਉਂ ਪੈਦਾ ਹੋਇਆ। ਬੀਰਜਨਾਦ ਨੇ ਦੇਵਤਿਆਂ ਦਾ ਇਹਨਾਂ ਨੁਕਸਾਨ ਕਿਉਂ ਕੀਤਾ, ਉਹਨਾਂ ਕੋ ਇੰਦਰਪੁਰੀ ਕਿਉਂ ਖੋਈ। ਇਹਦਾ ਕਾਰਨ ਹੈ ਗਰਭ ਬੁਰਾ ਨਰਕ ਕਾ ਦੁਆਰਾ। ਜਿਹੜਾ ਹੰਕਾਰ ਹੈ ਨਾ ਇਹ ਬੁਰਾ ਹੈ, ਇਹ ਨਰਕਾਂ ਦਾ ਦੁਆਰਾ ਹੈ। ਇੰਦਰ ਨੂੰ ਹੰਕਾਰ ਹੋਇਆ ਸੀ ਤੇ ਗੁਰੂ ਖਾਲਸਾ ਜੀ ਉਹਦੇ ਹੰਕਾਰ ਨੂੰ ਉਤਾਰਨ ਵਾਸਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਇਹ ਬੀਰਜਨਾਦ ਦੈਂਤ ਨੂੰ ਪੈਦਾ ਕੀਤਾ ਹੈ। ਇਹ ਕਥਾ ਹੁਣ ਤੁਸੀਂ ਸੁਣੋ। ਇਹ ਕਲੰਕਾ ਦੈਂਤ ਦੀ ਕਥਾ ਆਵੇਗੀ। ਆਓ ਪਿਆਰ ਦੇ ਨਾਲ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਜੀ। ਬਿਸ਼ਨ ਪਦ ਮੇਘ ਰਾਗ ਅਸ਼ਟਪਦੇ ਏਕ ਸਮੈ ਬਾਸਵ ਤਨ ਮਤ ਸਰ। ਮਹਾਰਾਜ ਕਲਗੀਧਰ ਜੀ ਕਹਿੰਦੇ ਇੱਕ ਵਾਰੀ ਨਾ ਇੰਦਰ ਦੇ ਮਨ ਵਿੱਚ ਬੜਾ ਹੰਕਾਰ ਆ ਗਿਆ, ਬੜੀ ਈਰਖਾ ਆ ਗਈ, ਬੜਾ ਜਲਨ ਉਹਦੇ ਮਨ ਵਿੱਚ ਆ ਗਿਆ। ਦੂਜੇ ਦੇਵਤਿਆਂ ਨੂੰ ਵੇਖ ਕੇ ਨਾ ਉਹ ਜਲਦਾ ਏ ਤੇ ਛਾਤੀ ਤਾਣ ਕੇ ਕਹਿੰਦਾ ਮੈਂ ਸਾਰਿਆਂ ਦੇ ਨਾਲੋਂ ਵੱਡਾ ਤੁਹਾਡਾ ਗੁਰੂ ਹਾਂ। ਭਇਓ ਦੇਵ ਜੁਤ ਜੈਸੇ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਵੇਂ ਦੇਵਤਿਆਂ ਦੇ ਨਾਲ ਹੋਈ ਨਾ ਕਥਾ, ਤੇ ਜਿੱਦਾਂ ਇੰਦਰ ਦੇ ਮਨ ਵਿੱਚ ਇੱਕ ਸਮੇਂ ਹੰਕਾਰ ਆਇਆ, ਉਹ ਤੁਹਾਨੂੰ ਸਾਰੀ ਕਥਾ ਮੈਂ ਕਹਿੰਦਾ ਹਾਂ। ਤਾਂ ਕਹੋ ਕਥਾ ਪ੍ਰਸੰਗ ਸੁਨਹੁ ਜੋ। ਗੁਰੂ ਖਾਲਸਾ ਜੀ ਜਿਹੜੀ ਉਹ ਕਥਾ ਹੋਈ ਹੈ ਨਾ, ਉਹ ਪ੍ਰਸੰਗ ਹੁਣ ਤੁਸੀਂ ਮਨ ਲਾ ਕਰਕੇ ਸੁਣਨਾ ਕਰੋ। ਕਹਿਤ ਜਥਾ ਮਤ ਤੈਸੇ। ਹਾਂ, ਜਿਵੇਂ ਕਥਾ ਹੋਈ ਹੈ ਬਸ ਉਂਝ ਹੀ ਮੈਂ ਕਥਾ ਨੂੰ ਤੁਹਾਡੇ ਤਾਈਂ ਕਹਿੰਦਾ ਹਾਂ। ਕਹਿਤ ਜਥਾ ਮਤ ਤੈਸੇ, ਮੈਂ ਆਪਣੀ ਮਤ ਦੇ ਨਾਲ ਜਿਵੇਂ ਉਹ ਕਥਾ ਹੋਈ ਹੈ ਤਿਵੇਂ ਹੀ ਤੁਹਾਡੇ ਤਾਈਂ ਕਹਿੰਦਾ ਹਾਂ। ਕਾਲੰਕਾ ਇੱਕ ਦੈਤ ਬਜਰ ਬਪ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਵੇਂ ਮੇਰੀ ਬੁੱਧੀ ਵਿੱਚ ਆਉਂਦੀ ਪਈ ਹੈ ਤੇ ਵੈਸੇ ਹੀ ਮੈਂ ਤੁਹਾਨੂੰ ਕਥਾ ਸੁਣਾਉਣਾ ਹਾਂ। ਕਲੰਕਾ ਇੱਕ ਦੈਂਤ ਹੋਇਆ ਏ ਕਿ ਜਿਹਦਾ ਪੱਥਰ ਦਾ ਸਰੀਰ ਸੀ। ਧਰਤੀ ਦੇ ਉੱਪਰ ਇੱਕ ਦੈਂਤ ਪੈਦਾ ਹੋਇਆ ਏ, ਪੱਥਰ ਦਾ ਉਹਦਾ ਸਰੀਰ ਸੀ ਤੇ ਉਹਦਾ ਨਾਮ ਸੀ ਕਾਲੰਕਾ। ਲੇਤ ਭਇਓ ਭਵ ਜੈਸੇ। ਮਹਾਰਾਜ ਕਲਗੀਧਰ ਜੀ ਕਹਿੰਦੇ ਜੈਸੇ ਕੈਸੇ ਧਰਤੀ ਦੇ ਉੱਪਰ ਉਹ ਜਨਮ ਲੈਂਦਾ ਹੋਇਆ, ਭਾਵ ਉਹਨੇ ਜਨਮ ਲੈਣਾ ਕੀਤਾ। ਠਟਿਓ ਘੋਰ ਦਾਰੁਣ ਸੰਗਰਾਮ। ਹਾਂ, ਪੈਦਾ ਹੋ ਕਰਕੇ ਤੇ ਉਹਨੇ ਬਹੁਤਾ ਹੀ ਭਿਆਨਕ ਯੁੱਧ ਜਿਹੜਾ ਸੀ ਨਾ ਉਹ ਆਰੰਭ ਦੇਣਾ ਕੀਤਾ। ਦੇਵ ਦਨਜ ਜਿਮ ਬਹਿਸੇ। ਇੱਕ ਪਾਸੇ ਉਹ ਕਲੰਕਾ ਨੇ ਦੈਂਤਾਂ ਦੀ ਪਾਲਟੀ ਆਪਣੇ ਵੱਲ ਖੜੀ ਕਰ ਲਈ, ਦੂਜੇ ਪਾਸੇ ਦੇਵਤੇ ਨੇ, ਤੇ ਜਿਵੇਂ ਉਹ ਆਪਸ ਵਿੱਚ ਬਹਿਸੇ ਨੇ, ਜਿਵੇਂ ਉਹਨਾਂ ਦਾ ਝਗੜਾ ਹੋਇਆ ਏ, ਉਹ ਕਥਾ ਗੁਰੂ ਖਾਲਸਾ ਜੀ ਸੁਣੋ। ਮਹਾਕਾਏ ਭੀਖਮ ਬਪ ਨਿਸ਼ਚਰ। ਮਹਾਰਾਜ ਕਲਗੀਧਰ ਜੀ ਕਹਿੰਦੇ ਵੱਡਾ ਸਰੀਰ ਬਹੁਤਾ ਭਿਆਨਕ ਉਸ ਦੈਂਤ ਦਾ ਸੀ ਕਲੰਕੇ ਦਾ। ਦਾੜ ਕਰਾਲ ਕਠੋਰੇ। ਉਹਦੀਆਂ ਦਾੜਾਂ ਬਹੁਤ ਵੱਡੀਆਂ ਤੇ ਕਠੋਰ ਸਨ, ਭਿਆਨਕ ਸਨ। ਜਿਹੜਾ ਉਹਦੀਆਂ ਦਾੜਾਂ ਵੱਲ ਵੇਖ ਲੈਂਦਾ ਸੀ ਨਾ 7 ਦਿਨ ਬੁਖਾਰ ਨਹੀਂ ਸੀ ਲੈਂਦਾ, ਇੰਨਾ ਡਰ ਦੇ ਨਾਲ ਬੁਖਾਰ ਚੜ ਜਾਂਦਾ ਸੀ। ਏਕ ਦਾੜ ਧਰਣੀ ਮਹਿ ਰੂਪਤ। ਮਹਾਰਾਜ ਕਲਗੀਧਰ ਜੀ ਕਹਿੰਦੇ ਇੱਕ ਦਾੜ ਉਹ ਆਪਣੀ ਧਰਤੀ ਵੱਲ ਨੂੰ ਲਾ ਲੈਂਦਾ ਸੀ, ਧਰਤੀ ਦੇ ਵਿੱਚ ਖੋਭ ਦਿੰਦਾ ਸੀ। ਦੁਤੀਏ ਦਾੜ ਨਭ ਫੋਰੇ। ਤੇ ਦੂਜੀ ਦਾੜ ਦੇ ਨਾਲ ਅਸਮਾਨ ਪਾੜ ਦਿੰਦਾ ਸੀ। ਏਡੀਆਂ ਏਡੀਆਂ ਦਾੜਾਂ ਸੀ ਬਾਹਰ ਨੂੰ ਨਿਕਲੀਆਂ। ਇੱਕ ਦਾੜ ਧਰਤੀ ਦੇ ਖੋਭ ਦਾ ਟੇਢਾ ਮੂੰਹ ਕਰਕੇ, ਤੇ ਇੱਕ ਦਾੜ ਅਸਮਾਨ ਨੂੰ ਜਾ ਕੇ ਲੱਗ ਜਾਂਦੀ ਸੀ, ਅਸਮਾਨ ਨੂੰ ਪਾੜ ਦਿੰਦੀ ਸੀ। ਜਿਤੇ ਜੰਤ ਪਸ ਪਛ ਮਨੁੱਖੰ। ਹਾਂ, ਜਿੰਨੇ ਜੰਤੂ ਪਸ਼ੂ ਪੰਛੀ ਮਨੁੱਖ ਆਦਿਕ ਉਹਦੇ ਸਾਹਮਣੇ ਆਉਂਦੇ। ਜਛ ਧਾਨ ਜਗ ਕੋਰੇ। ਹਾਂ, ਜੇ ਉਹਦੇ ਸਾਹਮਣੇ ਜਛ ਆ ਜਾਂਦਾ, ਧਾਨ ਅਨਾਜ ਆ ਜਾਂਦਾ, ਤੇ ਉਹ ਸਾਰੇ ਜਗਤ ਦੇ ਪਸ਼ੂ ਪੰਛੀ ਮਨੁੱਖ
ਧਾਨ ਅਨਾਜ ਜੱਛਾਂ ਆਦਿਕਾਂ ਨੂੰ। ਸੁਆਸਨ ਸਾਥ ਡਾਰ ਮੁਖ ਮਾਹੇ। ਮਹਾਰਾਜ ਕਲਗੀਧਰ ਜੀ ਕਹਿੰਦੇ ਏਡਾ ਉਹ ਭਿਆਨਕ ਸੀ, ਉਹ ਤਾਂ ਨੂੰ ਸਵਾਸ ਖਿੱਚਦਾ ਤੇ ਸਵਾਸਾਂ ਨੂੰ ਖਿੱਚ ਕੇ ਤੇ ਆਪਣੇ ਮੂੰਹ ਦੇ ਵਿੱਚ ਸੁੱਟ ਲੈਂਦਾ ਸੀ। ਮੂੰਹ ਅੱਡ ਕਰਕੇ ਸਵਾਸ ਖਿੱਚਦਾ ਪਿਛਾਂ ਨੂੰ, ਤੇ ਜਿੰਨੇ ਮਨੁੱਖ ਪਸ਼ੂ ਪੰਛੀ ਉਹ ਸਾਰੇ ਉਹਦੇ ਮੁਖ ਵਿੱਚ ਆ ਕੇ ਪੈਂਦੇ ਜਾਂਦੇ ਸਨ। ਵਾਯੂ ਸਹਿਤ ਬ੍ਰਿਖ ਘੋਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਉਹਨੇ ਹਵਾ ਦੀ ਗਤੀ ਨੂੰ, ਹਵਾ ਦੀ ਚਾਲ ਨੂੰ ਰੋਕ ਦੇਣਾ ਕੀਤਾ। ਹਵਾ ਦੀ ਚਾਲ ਦੇ ਸਮੇਤ ਬੜੇ ਬੜੇ ਭਿਆਨਕ ਰੁੱਖ ਉਹਨੇ ਸਵਾਸਾਂ ਦੇ ਨਾਲ ਖਿੱਚ ਕੇ ਆਪਣੇ ਮੂੰਹ ਵਿੱਚ ਪਾ ਲੈਣਾ ਕੀਤੇ, ਰਗੜ ਦੇਣਾ ਕੀਤੇ। ਸਨੇ ਸਨੇ ਜਗ ਜੰਤ ਮਨੁੱਖੰ। ਮਹਾਰਾਜ ਕਲਗੀਧਰ ਜੀ ਕਹਿੰਦੇ ਪਹਿਲਾਂ ਉਹਨੇ ਮਾਤ ਲੋਕ ਤੇ ਹੱਲਾ ਬੋਲਿਆ, ਹੌਲੀ ਹੌਲੀ ਜਗਤ ਦੇ ਉੱਪਰ ਜਿੰਨੇ ਜੀਵ ਜੰਤੂ ਮਨੁੱਖ ਆਦਿਕ ਸਨ, ਪਾਸ ਪੰਛੀ ਜਗ ਸਗਰੇ। ਹਾਂ ਮਾਤ ਲੋਕ ਤੇ ਪਸ਼ੂ ਪੰਛੀ ਜਿੰਨੇ ਵੀ ਸਨ ਸਾਰੇ ਜਗਤ ਤੋਂ ਖਾ ਲੈਣਾ ਕੀਤੇ। ਖਾਤ ਭਇਓ ਚੁਨ ਚੁਨ ਕਰ ਨਾਰ ਨਾਰਿਨ। ਹਾਂ ਧਰਤੀ ਦੇ ਉੱਪਰੋਂ ਨਰ ਮਨੁੱਖ ਤੇ ਨਾਰੀਆਂ ਨੂੰ ਚੁਣ ਚੁਣ ਕੇ ਉਹ ਖਾਂਦਾ ਹੋਇਆ, ਭਾਵ ਸਾਰਿਆਂ ਨੂੰ ਉਹਨੇ ਖਾ ਲੈਣਾ ਕੀਤਾ। ਲੋਕ ਲੋਕ ਮਹਿ ਵਿਚਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਉਹ ਲੋਕਾਂ ਲੋਕਾਂ ਵਿੱਚ ਤੁਰਿਆ ਫਿਰਦਾ ਏ, ਉਹ ਦੇਸ਼ਾਂ ਦੇਸ਼ਾਂ ਵਿੱਚ ਤੁਰਿਆ ਫਿਰਦਾ ਏ, ਕਦੇ ਮਾਤ ਲੋਕ ਤੇ ਕਦੇ ਪਤਾਲ ਲੋਕ ਤੇ, ਬਸ ਤੁਰਿਆ ਹੀ ਫਿਰਦਾ ਏ। ਸਾਵਾਂ ਦੇ ਨਾਲ ਖਿੱਚ ਖਿੱਚ ਕੇ ਮੂੰਹ ਵਿੱਚ ਸੁੱਟੀ ਜਾਂਦਾ ਏ, ਜਿਹੜਾ ਵੀ ਉਹਦੇ ਸਾਹਮਣੇ ਚੱਲ ਕੇ ਆ ਜਾਂਦਾ। ਬਚਿਓ ਨਾ ਕੌਣ ਹੋ ਜੰਤ ਅਵਨ ਪਰ। ਮਹਾਰਾਜ ਕਲਗੀਧਰ ਜੀ ਕਹਿੰਦੇ ਇੰਨਾ ਉਹ ਭਿਆਨਕ ਸੀ, ਧਰਤੀ ਦੇ ਉੱਪਰ ਕੋਈ ਵੀ ਜੀਵ ਨਹੀਂ ਬਚਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਰਿਆਂ ਦੇ ਤਾਈ ਉਸਨੇ ਖਾ ਲੈਣਾ ਕੀਤਾ। ਖਾਏ ਗਇਓ ਸਭ ਜਗ ਰੇ। ਹਾਂ ਸਾਰੇ ਜਗਤ ਦੇ ਤਾਈ ਗੁਰੂ ਖਾਲਸਾ ਜੀ ਉਹ ਖਾ ਗਿਆ ਏ। ਖਗ ਮ੍ਰਿਗ ਮੱਛ ਕੱਛ ਜਲ ਜੰਤਨ। ਮਹਾਰਾਜ ਕਲਗੀਧਰ ਜੀ ਕਹਿੰਦੇ ਪੰਛੀ, ਮ੍ਰਿਗ ਚਾਰ ਪੈਰਾਂ ਵਾਲੇ ਪਸ਼ੂ, ਮੱਛ ਤੇ ਕੱਛ ਪਾਣੀ ਵਿੱਚ ਰਹਿਣ ਵਾਲੇ, ਖਗ ਅਸਮਾਨ ਵਿੱਚ ਉੱਡਣ ਵਾਲੇ ਪੰਛੀ, ਮ੍ਰਿਗ ਧਰਤੀ ਤੇ ਵਿਚਰਨ ਵਾਲੇ ਚਾਰ ਪੈਰਾਂ ਵਾਲੇ ਪਸ਼ੂ, ਤੇ ਮੱਛ ਤੇ ਕੱਛ ਇਹ ਗੁਰੂ ਖਾਲਸਾ ਜੀ ਪਾਣੀ ਵਿੱਚ ਰਹਿਣ ਵਾਲੇ ਜੀਵ ਨੇ, ਇਹ ਸਾਰੇ ਹੀ ਖਾ ਗਿਆ ਏ। ਕੋਈ ਵੀ ਉਸ ਦੀ ਨਿਗਾਹ ਤੋਂ ਬਚਿਆ ਨਹੀਂ ਹੈ। ਸੂਨ ਕਰਿਓ ਸਭ ਠਵਰੇ। ਸਾਹਿਬ ਕਲਗੀਧਰ ਜੀ ਕਹਿੰਦੇ ਸਾਰੀਆਂ ਥਾਵਾਂ ਨੂੰ ਖਾਲੀ ਕਰ ਦੇਣਾ ਕੀਤਾ ਕਲੰਕੇ ਨੇ। ਦੁੰਕਤ ਕਾਲ ਹਾਂਕ ਗਨ ਘੋਖਤ। ਹਾਂ ਮਹਾਰਾਜ ਕਲਗੀਧਰ ਜੀ ਕਹਿੰਦੇ ਜਦੋਂ ਰੱਜ ਜਾਂਦਾ ਨਾ ਉਦੋਂ ਫਿਰ ਦੁੰਕਤ ਗੱਜਦਾ ਸੀ। ਇਦਾਂ ਗੱਜਦਾ ਸੀ ਜਿੱਦਾਂ ਕਾਲ ਮੌਤ, ਗਨ ਦੇਵਤੇ, ਮੌਤ ਦੇ ਦੇਵਤੇ ਤੇ ਹਾਂਕ ਆਵਾਜ਼ਾਂ ਮਾਰ ਮਾਰ ਕੇ ਜੀਵਾਂ ਨੂੰ ਘੋਖਤ ਗੱਜਦੇ ਨੇ। ਜਦੋਂ ਮੌਤ ਦੇ ਦੇਵਤੇ ਆਉਂਦੇ ਆ ਨਾ, ਜਾਂ ਗਨ ਕਹੀਏ ਸ਼ਿਵ ਦੇ ਚੇਲੇ, ਜਾਂ ਗਨ ਕਹੀਏ ਮੌਤ ਦੇ ਚੇਲੇ, ਕਾਲ ਗਨ, ਕਾਲ ਮੌਤ ਦੇ ਗਨ ਚੇਲੇ ਜਦੋਂ ਜੀਵ ਨੂੰ ਲੈਣ ਵਾਸਤੇ ਆਉਂਦੇ ਆ ਨਾ, ਉਹ ਆਵਾਜ਼ਾਂ ਮਾਰ ਕੇ ਗੱਜਦੇ ਨੇ। ਕਹਿੰਦੇ ਹੁਣ ਜਿਹੜਾ ਯਤਨ ਹੁੰਦਾ ਕਰ ਲਾ, ਹੁਣ ਮਿੱਤਰਾ ਤੈਨੂੰ ਲੈ ਜਾਣਾ ਹੀ। ਇਦਾਂ ਮਹਾਰਾਜ ਕਲਗੀਧਰ ਜੀ ਕਹਿੰਦੇ ਜਦੋਂ ਰੱਜ ਗਿਆ ਨਾ ਪੂਰਾ ਕਲੰਕਾ, ਤੇ ਉਦੋਂ ਗੱਜਦਾ ਏ। ਜਿਹੜਾ ਅੱਖਾਂ ਦੇ ਸਾਹਮਣੇ ਆਉਂਦਾ ਉਹਨੂੰ ਕਹਿੰਦਾ ਜਿਹੜਾ ਯਤਨ ਹੁੰਦਾ ਕਰ ਲਾ, ਹੁਣ ਤੇਰਾ ਕੰਮ ਮੈਂ ਨਿਬੇੜ ਦੇਣਾ ਈ, ਭੱਜ ਲਾ। ਜੇ ਭੱਜਿਆ ਜਾਂਦਾ ਈ ਗੱਜਦਾ ਉੱਚੀ ਉੱਚੀ, ਫਿਰ ਸਵਾਸ ਤਾਂ ਨੂੰ ਖਿੱਚਦਾ ਤੇ ਆਪਣੇ ਮੂੰਹ ਦੇ ਵਿੱਚ ਖਿੱਚ ਲੈਂਦਾ ਭੱਜੇ ਜਾਂਦੇ ਜੀਵ ਨੂੰ, ਤੇ ਦਾੜਾਂ ਦੇ ਥੱਲੇ ਰੱਖ ਕੇ ਤੇ ਉਹਦਾ ਦਰੜ ਮਰੜ ਕਰ ਦਿੰਦਾ। ਭੂਮ ਆਕਾਸ਼ ਜਲ ਕੰਪਿਤ। ਮਹਾਰਾਜ ਕਲਗੀਧਰ ਜੀ ਕਹਿੰਦੇ ਜਦੋਂ ਗੱਜਦਾ ਇਹ ਧਰਤੀ, ਆਕਾਸ਼ ਤੇ ਜਲ, ਇਹ ਤਿੰਨੇ ਹੀ ਗੁਰੂ ਖਾਲਸਾ ਜੀ ਕੰਬਦੇ ਨੇ। ਤੇ ਇਹ ਤਿੰਨ ਲੋਕ ਮਾਨੋ, ਇਹਨਾਂ ਲੋਕਾਂ ਵਿੱਚ ਰਹਿਣ ਵਾਲੇ ਜੀਵ ਕੰਬਦੇ ਹਨ। ਦਹਲਤ ਸ਼ੇਸ਼ ਪੂਰੇ ਕੂਰਮਪੁਰ। ਮਹਾਰਾਜ ਕਲਗੀਧਰ ਜੀ ਕਹਿੰਦੇ ਸ਼ੇਸ਼ਪੁਰੀ, ਸ਼ੇਸ਼ਨਾਗ ਦੀ ਪੁਰੀ, ਕੂਰਮਪੁਰ, ਕੱਛੂ ਕੰਮੇ ਦੀ ਪੁਰੀ, ਇਹ ਸਾਰੇ ਕੰਬਦੇ ਨੇ ਪਤਾਲਾਂ ਵਿੱਚ। ਹਰ ਹਰ ਥਿਰਾ ਪਗ ਲੰਪਤ। ਲੰਪਤ ਮੈਨੇ ਰੱਖਦਿਆਂ ਹੀ ਜਦੋਂ ਧਰਤੀ ਦੇ ਉੱਪਰ ਪੈਰ ਰੱਖਦਾ ਏ, ਲੰਪਤ ਦਾ ਅਰਥ ਹੁੰਦਾ ਚੁੰਬੜਨਾ,
ਧਰਤੀ ਨਾਲ ਪੈਰ ਚੁੰਬੜਦਾ ਏ, ਭਾਵ ਜਦੋਂ ਧਰਤੀ ਦੇ ਪੈਰ ਰੱਖਦਾ ਏ ਨਾ, ਉਦੋਂ ਧਰਤੀ ਥਰ ਥਰ ਕਰਕੇ ਕੰਬ ਉੱਠਦੀ ਏ। ਧਮਕ ਪਗਨ ਬਸਦਾ ਧਸ ਮਸਕਤ। ਮਹਾਰਾਜ ਕਲਗੀਧਰ ਜੀ ਕਹਿੰਦੇ ਜਦੋਂ ਧਰਤੀ ਦੇ ਉੱਪਰ ਚੱਲਦਾ ਏ ਨਾ, ਪੈਰਾਂ ਦੀ ਧਮਕ ਦੇ ਨਾਲ ਧਰਤੀ ਕਸ਼ਟ ਨੂੰ ਪ੍ਰਾਪਤ ਕਰਕੇ ਹੇਠਾਂ ਨੂੰ ਧੱਸਦੀ ਜਾਂਦੀ ਹੈ। ਮਸਕਤ ਦਾ ਅਰਥ ਹੁੰਦਾ ਏ ਕਸ਼ਟ, ਦੁੱਖ। ਧਰਤੀ ਨੂੰ ਦੁੱਖ ਹੁੰਦਾ ਏ, ਉਹ ਹੇਠਾਂ ਧੱਸ ਜਾਂਦੀ ਹੈ ਪਤਾਲਾਂ ਵਿੱਚ, ਜਿੱਥੇ ਉਹ ਪੈਰ ਧਰ ਦਿੰਦਾ ਏ। ਕਨਕ ਮੇਰ ਕਹਿ ਚੰਪਤ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਸਮੇਰ ਪਰਬਤ ਨੂੰ ਨਿਗਾਹ ਪੈ ਜਵੇ ਨਾ, ਫਿਰ ਉਹਨੂੰ ਦਬੋਚਦਾ ਪਿਆ ਏ। ਸਮੇਰ ਪਰਬਤ ਨੂੰ ਵੀ ਦਬੋਚ ਲੈਂਦਾ ਏ, ਹੱਥਾਂ ਵਿੱਚ ਲੈ ਕਰਕੇ ਉਹਨੂੰ ਵੀ ਘੱਟਾ ਬਣਾ ਦਿੰਦਾ ਪਿਆ ਏ। ਕਨਕ ਮੇਰ ਕਹਿ ਚੰਪਤ। ਮਹਾਰਾਜ ਕਲਗੀਧਰ ਜੀ ਕਹਿੰਦੇ ਸਮੇਰ ਪਰਬਤ ਨੂੰ ਵੀ ਉਸਨੇ ਦਬੋਚ ਲੈਣਾ ਕੀਤਾ। ਪ੍ਰਲੈ ਕਾਲ ਕੋ ਰੂਪ ਨ ਸਾਚਰ। ਮਹਾਰਾਜ ਕਲਗੀਧਰ ਜੀ ਕਹਿੰਦੇ ਦੈਂਤ ਕਾਹਦਾ ਏ, ਮਨ ਉਹ ਤੇ ਪ੍ਰਲੈ ਦਾ ਹੀ ਸਮਾਂ ਏ। ਪ੍ਰਲੈ ਦੇ ਸਮੇਂ ਵਰਗਾ ਉਸ ਦੈਂਤ ਦਾ ਰੂਪ ਹੈ। ਖਾਏ ਗਇਓ ਬਿਦ ਸੰਪਤ। ਹਾਂ, ਜਿੰਨੀ ਵੀ ਬਣਾਈ ਹੋਈ ਬ੍ਰਹਮੇ ਦੀ ਸੰਪਤੀ ਹੈ, ਸਾਰੀ ਹੀ ਉਹ ਖਾ ਗਿਆ, ਸਾਰੀ ਹੀ ਉਸਨੇ ਨਾਸ਼ ਕਰ ਦੇਣਾ ਕੀਤੀ। ਰਹਿਓ ਨ ਪਛ ਅਵਣ ਪਰ ਜਬਹਿ। ਹਾਂ, ਜਦੋਂ ਕੋਈ ਵੀ ਧਰਤੀ ਦੇ ਉੱਪਰ ਪਛ ਖਾਣੇ ਯੋਗ ਚੀਜ਼ ਨਾ ਰਹੀ, ਚੜਿਓ ਸੁਮੇਰ ਨ ਸਾਚਰ। ਫੇਰ ਉਹ ਕਲੰਕਾ ਦੈਤ ਸੁਮੇਰ ਪਰਬਤ ਨੂੰ ਚੜ ਗਿਆ ਹੈ। ਪਕਰ ਪਕਰ ਕਰ ਜਛ ਬਰੰਗਣ। ਮਹਾਰਾਜ ਕਲਗੀਧਰ ਜੀ ਕਹਿੰਦੇ ਉਹਨੇ ਜਾ ਕਰਕੇ ਨਾ ਸੁਮੇਰ ਪਰਬਤ ਨੂੰ ਪਹਿਲਾਂ ਦਬੋਚਿਆ, ਫਿਰ ਉਹਦੇ ਉੱਪਰ ਚੜ ਕਰਕੇ ਜਛ ਬਰੰਗਣਾ ਨੂੰ ਪਕੜ ਪਕੜ ਕੇ ਖਾਣਾ ਕੀਤਾ। ਪਛਚ ਦਹ ਤਹ ਧਾਕਰ। ਹਾਂ, ਧਾ ਮੈਨੇ ਭੱਜ ਕਰਕੇ ਸੁਮੇਰ ਪਰਬਤ ਤੇ ਜਿੱਥੇ ਕਿੱਥੇ ਵੀ ਉਹਨੂੰ ਕੋਈ ਬਰੰਗਣ, ਕੋਈ ਜਛ, ਕੁਝ ਵੀ ਲੱਭਾ, ਉਸ ਨੂੰ ਭੱਛਿਤ ਖਾਣਾ ਕੀਤਾ ਉਸਨੇ। ਭਾਜ ਭਾਜ ਜਖ ਪਰੀ ਬਰੰਗਣ। ਮਹਾਰਾਜ ਕਲਗੀਧਰ ਜੀ ਕਹਿੰਦੇ ਜਦੋਂ ਕਲੰਕਾ ਸੁਮੇਰ ਪਰਬਤ ਤੇ ਗਿਆ ਏ, ਉਸ ਵਕਤ ਸੁਮੇਰ ਪਰਬਤ ਤੇ ਹਾਹਾਕਾਰ ਮਚ ਗਈ। ਜਿੰਨੇ ਜਖ ਪਰੀਆਂ ਬਰੰਗਣਾ ਨੇ, ਉਹਨਾਂ ਸਾਰਿਆਂ ਨੇ ਭੱਜ ਭੱਜ ਕੇ ਆਪਣੀ ਜਾਨ ਨੂੰ ਬਚਾਉਣਾ ਕੀਤਾ ਏ। ਦੁਰੇ ਸਭੈ ਗਿਰ ਕੰਦਰ। ਸਾਰੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਜਾ ਕਰਕੇ ਲੁਕ ਗਏ। ਦੁਰੇ ਸੁਭੈ ਭੈ ਦੇ ਸਹਿਤ ਹੋ ਕਰਕੇ ਸਾਰੇ ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕਰਕੇ ਲੁਕ ਗਏ ਹਨ। ਹਾਹਾਕਾਰ ਰੌਰ ਸੁਰ ਪਰ ਮਹਿ। ਮਹਾਰਾਜ ਕਲਗੀਧਰ ਜੀ ਕਹਿੰਦੇ ਸੁਮੇਰ ਪਰਬਤ ਤੋਂ ਨੇ ਫਿਰ ਸਵਰਗਾਂ ਵੱਲ ਨੂੰ ਰੁਖ ਕੀਤਾ ਏ, ਤੇ ਸੁਰਪੁਰੀ ਸਵਰਗਾਂ ਵਿੱਚ ਹਾਹਾਕਾਰ ਦਾ ਰੌਲਾ ਪੈ ਗਿਆ ਏ। ਪਰਿਉ ਕੂਰਮਪੁਰ ਥਰ ਹਰ। ਹਾਂ, ਕੂਰਮਪੁਰ ਕੱਛੂ ਕੰਮੇ ਦੀ ਪੁਰੀ ਜੋ ਪਤਾਲਾਂ ਵਿੱਚ ਹੈ, ਉੱਥੇ ਤੱਕ ਥਰ ਹਰ ਰੌਲਾ ਗੌਲਾ ਕੰਬਣਾ ਛਿੜ ਗਿਆ ਹੈ। ਕਰੇ ਪੁਕਾਰ ਦੇਵਗਨ ਸਗਰੇ। ਸਾਰੇ ਦੇਵਤਿਆਂ ਨੇ ਇਕੱਠਿਆਂ ਹੋ ਕਰਕੇ ਪੁਕਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਵੱਡੇ ਦੇਵਤਿਆਂ ਦੇ ਤਾਈਂ ਫਰਿਆਦਾਂ ਕੀਤੀਆਂ ਨੇ, ਛੋਟੇ ਦੇਵਤਿਆਂ ਨੇ। ਗੰਧਰਵ ਜਛ ਬਰੰਗਣ। ਗੰਧਰਵ ਗੰਧਰਬਾਂ ਨੇ, ਜੱਖਾਂ ਨੇ ਤੇ ਬਰੰਗਣਾ ਨੇ ਨਾਲ ਹੋ ਕਰਕੇ ਬੇਨਤੀ ਕੀਤੀ ਹੈ। ਆਪ ਆਪਣੇ ਲੋਕ ਲੋਕ ਮਹਿ। ਮਹਾਰਾਜ ਕਲਗੀਧਰ ਜੀ ਕਹਿੰਦੇ ਆਪੋ ਆਪਣੇ ਲੋਕਾਂ ਵਿੱਚ, ਪੂਜੇ ਸਥਲਾਂ ਵਿੱਚ ਆਪੋ ਆਪਣੇ ਦੇਵਤਿਆਂ ਦੀ ਪੂਜਾ ਕੀਤੀ ਹੈ ਰਹਿਣ ਵਾਲੇ ਲੋਕਾਂ ਨੇ। ਸਿਵ ਬ੍ਰਹਮਾ ਸੁਰ ਨੰਦਨ। ਹਾਂ, ਕਿਸੇ ਨੇ ਸ਼ਿਵ ਅੱਗੇ, ਕਿਸੇ ਨੇ ਬ੍ਰਹਮੇ ਅੱਗੇ, ਕਿਸੇ ਨੇ ਦੇਵਤਿਆਂ ਦੇ ਪੁੱਤਰਾਂ ਅੱਗੇ ਬੇਨਤੀਆਂ ਕੀਤੀਆਂ ਨੇ। ਜਮ ਗਨ ਜਮ ਢਿਗ ਬਰਨ ਗਨ ਸਗਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਜਮਗਣਾ ਨੇ ਇਕੱਠਿਆਂ ਹੋ ਕਰਕੇ ਜਮ ਢਿਗ ਧਰਮਰਾਜੇ ਦੇ ਕੋਲ ਬੇਨਤੀ ਕੀਤੀ ਹੈ, ਤੇ ਬਰਨ ਦੇਵਤਿਆਂ ਦੇ ਚੇਲਿਆਂ ਨੇ ਇਕੱਠਿਆਂ ਹੋ ਕੇ ਬਰਨ ਦੇਵਤੇ ਨੂੰ ਬੇਨਤੀ ਕੀਤੀ ਹੈ। ਵਿਸ਼ਨ ਲੋਕ ਜਨਾਰਦਨ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜੇ ਵਿਸ਼ਨੂੰ ਭਗਵਾਨ ਨੂੰ ਮੰਨਣ ਵਾਲੇ, ਉਹਨਾਂ ਨੇ ਇਕੱਠਿਆਂ ਹੋ ਕਰਕੇ ਜਨਾਂ ਨੂੰ ਭਗਤੀ ਦੇ ਪਾਣੀ ਨਾਲ ਗਿੱਲੇ ਕਰਨ ਵਾਲੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਰੂਪ ਵਿਸ਼ਨੂੰ ਜੀ ਨੂੰ
ਫਰਿਆਦ ਕੀਤੀ ਹੈ। ਕੁਬੇਰਪੁਰੀ ਮਹਿ ਜਾਏ ਪੁਕਾਰੇ, ਹਾਂ, ਕੁਬੇਰਪੁਰੀ ਦੇ ਵਾਸੀਆਂ ਨੇ ਕੁਬੇਰ ਨੂੰ ਜਾ ਕਰਕੇ ਬੇਨਤੀ ਕੀਤੀ, ਪੁਕਾਰ ਕੀਤੀ। ਸਕਰ ਸਰਨਾਗਤ ਦੇਵਗਨ, ਹਾਂ, ਜਿੰਨੇ ਦੇਵਤੇ ਸਨ ਉਹਨਾਂ ਨੇ ਇਕੱਠਿਆਂ ਹੋ ਕਰਕੇ ਸ਼ੱਕਰ ਇੰਦਰ ਦੇ ਤਾਈਂ ਫਰਿਆਦ ਕੀਤੀ ਹੈ। ਤਜੀ ਹਮ ਜੀਵਨ ਕੀ ਆਸਾ, ਹਾਂ, ਸਾਰਿਆਂ ਨੇ ਜੀਵਨ ਦੀ ਆਸਾ ਛੱਡ ਦਿੱਤੀ ਹੈ। ਸਾਡੇ ਉੱਪਰ ਕਿਰਪਾ ਕਰਕੇ ਸਾਨੂੰ ਜੀਵਨ ਬਖਸ਼ੋ। ਮਹਾਰਾਜ ਕੇ ਆਛਤ, ਹਾਂ ਮਹਾਰਾਜ, ਤੁਹਾਡੇ ਹੁੰਦਿਆਂ ਜੇ ਅਸੀਂ ਆਪਣੇ ਜੀਵਨ ਦੀ ਆਸਾ ਛੱਡ ਦਈਏ ਇੰਦਰ ਮਹਾਰਾਜ ਜੀ, ਫਿਰ ਤੁਹਾਡੇ ਹੋਣ ਦਾ ਕੀ ਫਾਇਦਾ ਏ। ਵਿਆਕੁਲ ਭਏ ਦੇਵਗਨ ਸਾਰੇ, ਸਾਰੇ ਹੀ ਦੇਵਤੇ ਵਿਆਕੁਲ ਹੋਏ ਨੇ ਮਹਾਰਾਜ ਜੀ, ਬੜੇ ਦੁੱਖ ਦੇ ਸਹਿਤ ਹੋਏ ਨੇ। ਪ੍ਰਗਟਿਓ ਦਇਆਤ ਪਰਾਛਿਤ, ਪਰਾਸ਼ਿਤ ਪਾਪੀ ਦਇਆਤ ਧਰਤੀ ਦੇ ਉੱਪਰ ਪ੍ਰਗਟ ਹੋ ਗਿਆ ਏ, ਜਿਨੇ ਸਾਰੀ ਸਵਰਗਪੁਰੀ ਵਿੱਚ ਹਾਹਾਕਾਰ ਮਚਾ ਦਿੱਤੀ ਹੈ। ਕਾਲੰਕਾ ਵਪ ਦੀਹ ਦੇਵਾਂਤਿਕ, ਮਹਾਰਾਜ ਉਹਦਾ ਨਾਮ ਕਾਲੰਕਾ ਹੈ, ਬੜਾ ਵੱਡਾ ਉਹਦਾ ਸਰੀਰ ਹੈ, ਤੇ ਉਹ ਦੇਵ ਅੰਤਕ ਦੇਵਤਿਆਂ ਦਾ ਅੰਤ ਕਰਨ ਵਾਲਾ ਵੱਡੇ ਸਰੀਰ ਦਾ ਮਾਲਕ ਹੈ। ਖਾਏ ਗਇਓ ਜਗ ਪਾਤਿਕ, ਹਾਂ, ਜਗਤ ਦੇ ਉੱਪਰ ਜਿੰਨੇ ਵੀ ਜੀਵ ਸਨ ਉਹਨਾਂ ਸਾਰਿਆਂ ਨੂੰ ਉਹ ਖਾ ਗਿਆ ਹੈ, ਸਾਰਿਆਂ ਦਾ ਉਹਨੇ ਨਾਸ਼ ਕਰ ਦਿੱਤਾ ਹੈ। ਖਾਏ ਗਇਓ ਜਗ ਪਾਤਕ, ਪਾਤਕ ਮੈਨੇ ਮਾਰ ਕਰਕੇ ਜਗਤ ਦੇ ਜੀਵਾਂ ਨੂੰ ਉਹ ਖਾ ਗਿਆ ਏ। ਚੜ ਸੁਮੇਰ ਸੁਰ ਬਦ ਕਹਿ ਖਾਵਤ, ਹਾਂ, ਸੁਮੇਰ ਪਰਬਤ ਦੇ ਉੱਪਰ ਚੜ ਕਰਕੇ ਉਹ ਦੇਵਤਿਆਂ ਦੀਆਂ ਘਰ ਵਾਲੀਆਂ ਨੂੰ, ਦੇਵਤ ਬਧੂਟੀਆਂ ਨੂੰ ਉਹ ਖਾਂਦਾ ਪਿਆ ਏ। ਚੁਨ ਚੁਨ ਬਿਉਮਨ ਘਾਤਿਕ, ਚੁਣ ਚੁਣ ਕੇ ਉਹ ਦੇਵਤਿਆਂ ਦਾ ਨਾਸ਼ ਕਰਦਾ ਪਿਆ ਏ। ਦੇਵਨ ਬਾਚ ਸਕਰ ਪ੍ਰਤ, ਜੈਸੀ ਮਹਾਰਾਜ ਚਿਤ ਆਵੈ। ਹਾਂ, ਸਾਰੇ ਦੇਵਤਿਆਂ ਨੇ ਇਕੱਠਿਆਂ ਹੋ ਕਰਕੇ ਇੰਦਰ ਨੂੰ ਬੇਨਤੀ ਕੀਤੀ ਹੈ, ਮਹਾਰਾਜ ਜਿਵੇਂ ਆਪ ਜੀ ਦੇ ਚਿੱਤ ਵਿੱਚ ਆਵੇ। ਕਰੀਏ ਅਬ ਸੋ ਭਗਵਨ, हे ਭਗਵਾਨ ਜੀ, ਉਸੇ ਹੀ ਪ੍ਰਕਾਰ ਤੁਸੀਂ ਕਰਨਾ ਕਰੋ। ਪ੍ਰਾਨ ਦਾਨ ਦੀਜੈ ਦੇਵਨ ਕਹੈ, ਹਾਂ ਮਹਾਰਾਜ ਸਾਹਿਬ ਜੀ, ਦੇਵਤਿਆਂ ਦੇ ਤਾਈਂ ਆਪ ਜੀ ਪ੍ਰਾਨ ਦਾਨ ਦੇਣਾ ਕਰੋ। ਤਰਾਹ ਤਰਾਹ ਜਗ ਬੰਧਨ, ਹਾਂ, ਜਗਤ ਪੂਜਨੀਕ ਸਾਨੂੰ ਰੱਖ ਲੈਣਾ ਕਰੋ, ਰੱਖ ਲੈਣਾ ਕਰੋ। ਕੀਜੈ ਤਰਾਣ ਜਾਂ ਸੰਕਟ ਤੇ ਪ੍ਰਭ, हे ਪ੍ਰਭੂ ਜੀ, ਇਸ ਸੰਕਟ ਤੋਂ ਸਾਡੀ ਰੱਖਿਆ ਕਰਨੀ ਕਰੋ। ਸਹਸ ਨੈਣ ਭੈ ਭੰਜਨ, ਹਜ਼ਾਰਾਂ ਨੇਤਰਾਂ ਵਾਲੇ ਤੇ ਭੈ ਨੂੰ ਭੰਨਣ ਵਾਲੇ। ਹਨ ਹੋ ਕਸ਼ਟ ਹੈ ਨਾਥ ਸਚੀ ਪਤ, ਹਾਂ, ਇਹ ਸੱਚੀ ਦੇ ਪਤੀ, ਕਿਰਪਾ ਕਰਕੇ ਇਸ ਕਸ਼ਟ ਨੂੰ, ਇਸ ਵੱਡੇ ਦੈਂਤ ਨੂੰ ਆਪ ਜੀ ਮਾਰ ਦੇਣਾ ਕਰੋ। ਖਲ ਨਾਸਨ ਖਲ ਮਰਦਨ, ਹਾਂ, ਪਾਪੀਆਂ ਦੇ ਨਾਸ਼ ਕਰਨ ਵਾਲੇ ਤੇ ਪਾਪੀਆਂ ਨੂੰ, ਮੂਰਖਾਂ ਨੂੰ ਮਰਦਨ ਮਲਣ ਵਾਲੇ। ਬੇਸਨ ਪਦ ਕੀਜੈ ਤ੍ਰਾਨ ਜਾਂ ਸੰਕਟ ਤੇ ਪ੍ਰਭ, ਸਹਸ ਨੈਣ ਭੈ ਭੰਜਨ। ਹਨੋ ਕਸ਼ਟ ਹੈ ਨਾਥ ਸਚੀ ਪਤ, ਖਲ ਨਾਸਨ ਖਲ ਮਰਦਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।